ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਦਾ ਟੀਵੀ NRI ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ। ਹਰੇਕ ਨੂੰ ਬਸ ਇਹੀ ਚਿੰਤਾ ਸੀ ਕਿ ਜਿਹੜਾ ਲੋਕਡਾਊਨ ਹੈ ਉਹ 3 ਮਈ ਤੋਂ ਬਾਅਦ ਅੱਗੇ ਵਧੇਗਾ ਨਹੀਂ ਵਧੇਗਾ। ਸਾਰੇ ਜਾਣੇ ਇਸੇ ਕਨਫਿਊਜ਼ਨ ਦੇ ਵਿੱਚ ਸੀਗੇ। ਸੋ ਮੈਂ ਦੱਸ ਦਵਾਂ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲਾਈਵ ਹੋ ਕੇ ਐਲਾਨ ਕਰ ਦਿੱਤਾ ਹੈ ਕਿ ਭਾਈ ਇਹ ਜਿਹੜਾ ਕਰਫਿਊ ਹੈ ਉਹ 2 ਹਫ਼ਤੇ ਹੋਰ ਵੱਧ ਗਿਆ ਹੈ। ਸੋ ਇਸ ਤੇ ਬਹੁਤ ਸਾਰੇ ਵਿਚਾਰ ਆ ਰਹੇ ਨੇ। ਜੇ ਸੋਸ਼ਲ ਮੀਡੀਆ ਤੇ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਹਰ ਕੋਈ ਆਪਣੇ ਜਿਹੜੇ ਡਿਫਰੈਂਟ ਵਿਚਾਰ ਸਾਂਝੇ ਕਰ ਰਿਹਾ ਹੈ। ਸੋ ਇਸੇ ਨੂੰ ਲੈ ਕੇ ਜਿਹੜੇ ਵਿਦਵਾਨ ਨੇ ਉਹ ਕੀ ਕਹਿ ਰਹੇ ਨੇ, ਕਰਫਿਊ ਨੂੰ ਲੈ ਕੇ ਉਹ ਕੀ ਕਹਿ ਰਹੇ ਨੇ, ਲੋਕਡਾਊਨ ਤੋਂ ਸਹਿਮਤ ਨੇ ਨਹੀਂ ਸਹਿਮਤ ਨੇ, ਸੋ ਇਸ ਦੇ ਵਿੱਚ ਕਿਹੋ ਜਿਹੇ ਸੁਧਾਰ ਹੋਣੇ ਜ਼ਰੂਰੀ ਨੇ, ਅਜਿਹੇ ਤੇ ਅਸੀਂ ਗੱਲਬਾਤ ਕਰਨ ਦੇ ਲਈ ਇੱਕ ਪੈਨਲ ਬਿਠਾਇਆ ਹੈ ਜਿਨ੍ਹਾਂ ਦੇ ਨਾਲ ਅਸੀਂ ਜੋ ਵਿਚਾਰ ਹੈ ਇਹਨਾਂ ਦੇ ਜ਼ਰੂਰ ਲਵਾਂਗੇ। ਸੋ ਮੇਰੇ ਨਾਲ ਮੌਜੂਦ ਨੇ ਕਮਲਦੀਪ ਸਿੰਘ ਜੀ ਜੋ ਹਰ ਮੁੱਦੇ ਤੇ ਆਪਣੇ ਜਿਹੜੇ ਵਿਚਾਰ ਹੈ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰਦੇ ਨੇ। ਹਿਊਮਨ ਰਾਈਟ ਪ੍ਰੈਸ ਕਲੱਬ ਤੋਂ ਇਹ ਵਾਈਸ ਪ੍ਰੈਜ਼ੀਡੈਂਟ ਨੇ। ਸੋ ਬਹੁਤ ਬਹੁਤ ਸਵਾਗਤ ਹੈ ਕਮਲ ਸਰ। दूसरा मैं स्वागत करांगी युद्धवीर माल्टू जी का जो श्रोमणी अकाली दल के बुलारे ने ते ये भी हर मुद्दे ते अपनी अच्छी पकड़ रखते हैं। सो युद्धवीर जी बहुत बहुत स्वागत है। धन्यवाद जी प्रिया जी। सो मेरे सहयोगी रशपाल जी भी साडे नाल मौजूद ने, सीनियर पत्रकार ने अते ये भी साडे नाल जुड़े ने पैनल दे विच। सो रशपाल जी तुहाडा भी बहुत बहुत स्वागत है। सारे दर्शकों को प्यार भरी सत श्री अकाल जी। तो ਜਿਹੜਾ ਮੇਰਾ ਜੀ ਰਸ਼ਪਾਲ ਜੀ ਜਿਹੜੀ ਆਪਾਂ ਜੇ ਸ਼ੋਅ ਦੀ ਸ਼ੁਰੂਆਤ ਕਰੀਏ ਤਾਂ ਜਿਹੜੀ ਖਬਰ ਹੁਣ ਆਈ ਹੈ ਸਾਡੇ ਕੰਨਾਂ ਤੱਕ ਪਹੁੰਚੀ ਹੈ ਕਿ ਜਿਹੜਾ ਕਰਫਿਊ ਹੈ ਇਸ ਨੂੰ 2 ਹਫ਼ਤੇ ਵਧਾ ਦਿੱਤਾ ਗਿਆ। ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਜੋ ਖਬਰ ਆਈ ਹੈ 2 ਹਫ਼ਤੇ ਅੱਗੇ ਵਧਾਉਣ ਦੀ, ਇਹ ਬਿਲਕੁਲ ਸੱਚ ਹੈ। ਇਹਦੇ ਪਿੱਛੇ ਕਾਰਨ ਹੈ ਕਿ ਜੋ ਪੰਜਾਬ ਜਿਹੜੇ ਸੀਗੇ ਇਹਦੀਆਂ ਜੋ 20 ਜ਼ਿਲ੍ਹੇ ਨੇ ਉਹ ਜਾਂ ਤਾਂ ਔਰੇਂਜ ਜ਼ੋਨ ਚ ਜਾਂ ਰੈੱਡ ਜ਼ੋਨ ਦੇ ਵਿੱਚ ਸੀ ਔਰ 2 ਜ਼ਿਲ੍ਹੇ ਜਿਹੜੇ ਸੀ ਗ੍ਰੀਨ ਜ਼ੋਨ ਦੇ ਵਿੱਚ ਸੀਗੇ। ਬਿਲਕੁਲ। ਤੋ ਉਹ ਜੋ ਹੁਣ ਦੇ ਹਾਲਾਤ ਨੇ, ਜੋ ਹਜੂਰ ਸਾਹਿਬ ਤੋਂ ਸੰਗਤ ਜੋ ਪਹਿਲਾ ਜਥਾ ਉਹਨਾਂ ਦਾ ਜਦੋਂ ਪੰਜਾਬ ਪਹੁੰਚਦਾ ਹੈ ਔਰ ਉਸ ਤੋਂ ਬਾਅਦ ਜੋ ਕਰੋਨਾ ਦੇ ਮਹਾਮਾਰੀ ਉਹ ਫਿਰ ਜ਼ੋਰ ਫੜ ਜਾਂਦੀ ਹੈ। ਕਰੋਨਾ ਦੇ ਜਿਹੜੇ ਮਰੀਜ਼ ਨੇ ਉਹਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਚਿੰਤਾ ਦਾ ਵਿਸ਼ਾ ਜਿਹੜਾ ਇਹ ਪੰਜਾਬ ਸਰਕਾਰ ਵਾਸਤੇ ਜਿਹੜਾ ਜੀ ਇਹ ਬਹੁਤ ਵੱਡੀ ਸਿਰਦਰਦੀ ਬਣ ਚੁੱਕਾ ਹੈ। ਇਹ ਕਿਤੇ ਨਾ ਕਿਤੇ ਜੋ ਫੇਲਿਅਰ ਹੈ ਸਰਕਾਰ ਹੀ ਹੋਈ ਹੈ। ਸਰਕਾਰ ਨੂੰ ਹੀ ਆਪਣੀ ਕੀਤੀ ਅਣਗਹਿਲੀ ਦਾ ਫਲ ਭੁਗਤਣਾ ਪੈ ਰਿਹਾ, ਕਿਉਂਕਿ ਹਜ਼ੂਰ ਸਾਹਿਬ ਤੋਂ ਸੰਗਤ ਪਹੁੰਚਦੀ ਹੈ ਤਾਂ ਉਹਨਾਂ ਦਾ ਮੈਡੀਕਲ ਪ੍ਰੋਪਰ ਤਰੀਕੇ ਨਾਲ ਹੋ ਜਾਂਦਾ ਔਰ ਉਹਨਾਂ ਦੇ ਵਿੱਚ ਅਗਰ ਕੋਈ ਕਰੋਨਾ ਨਾਲ ਪੀੜਤ ਸੀ ਉਹਨੂੰ ਉੱਥੇ ਹੀ ਰੋਕਿਆ ਜਾਂਦਾ ਤਾਂ ਸ਼ਾਇਦ ਜੋ ਹੁਣ ਕਰਫਿਊ ਅੱਗੇ ਵਧਾਉਣ ਦੀ ਨੌਬਤ ਆ ਗਈ ਹੈ ਉਹ ਨਾ ਵਧਾਉਣੀ ਪੈਂਦੀ। ਸੋ ਇਹ ਜੋ ਪੰਜਾਬ ਸਰਕਾਰ ਦਾ ਫੇਲੀਅਰ ਹੈ ਇਹ ਉਹਨੂੰ ਮੰਨਣਾ ਹੀ ਪਏਗਾ ਪੰਜਾਬ ਸਰਕਾਰ ਨੂੰ। ਔਰ ਸਵਾਸਥ ਵਿਭਾਗ ਦੀ ਅਣਗਹਿਲੀ ਰਹੀ ਹੈ, ਬਹੁਤ ਵੱਡੀ ਅਣਗਹਿਲੀ, ਜਿਸ ਦਾ ਨਤੀਜਾ ਹੁਣ ਪੂਰੇ ਪੰਜਾਬ ਦੀ ਜਨਤਾ ਨੂੰ ਭੁਗਤਣਾ ਹੀ ਪਏਗਾ, ਕਿਉਂਕਿ ਇਸ ਤੋਂ ਇਲਾਵਾ ਪ੍ਰਿਆ ਹੱਲ ਵੀ ਕੋਈ ਨਹੀਂ ਹੈ। ਔਰ ਇਹਦੇ ਵਿੱਚ ਇਹ ਜ਼ਰੂਰੀ ਹੈ ਕਿ ਇਹ ਜੋ ਕਰਫਿਊ ਵਧਿਆ ਹੈ ਇਹਦੇ ਵਿੱਚ ਥੋੜੀ ਜਿਹੀ ਸਰਕਾਰ ਵੱਲੋਂ ਜਿਹੜੀ ਢਿੱਲ ਦਿੱਤੀ ਗਈ ਹੈ ਸਵੇਰੇ 7 ਵਜੇ ਤੋਂ 11 ਵਜੇ ਤੱਕ, ਯਾਨੀ ਕਿ 4 ਘੰਟੇ ਦੀ ਖਾਸ ਦੁਕਾਨਾਂ ਨੇ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹਨਾਂ ਵਾਸਤੇ ਜਿਹੜੀ ਇਹ ਦੁਕਾਨਾਂ ਖੁੱਲਣਗੀਆਂ ਉਹਨਾਂ ਦੇ ਉੱਪਰ ਇਹ ਢਿੱਲ ਹੋਏਗੀ। ਪਰ ਉੱਥੇ ਜਿਹੜੀਆਂ ਜੋ ਆਦੇਸ਼ ਨੇ, ਜਿਸ ਤਰੀਕੇ ਦੇ ਦਿਸ਼ਾ ਨਿਰਦੇਸ਼ ਉਹ ਜ਼ਰੂਰੀ ਨੇ, ਜਿਨ੍ਹਾਂ ਕਿ ਸੈਨੀਟਾਈਜ਼ਰ ਹੋਣਾ, ਮਾਸਕ ਪਹਿਨਣਾ ਔਰ ਉਸ ਤੋਂ ਇਲਾਵਾ ਜਿਹੜਾ ਸੋਸ਼ਲ ਡਿਸਟੈਂਸ ਹੈ, ਯਾਨੀ ਕਿ ਸਾਰੇ ਦੀਆਂ ਸਾਰੀਆਂ ਇੰਸਟਰਕਸ਼ਨ ਜਿਹੜੀਆਂ ਨੇ ਜੋ ਉਹਨਾਂ ਨੂੰ ਫੋਲੋ ਕਰੇਗਾ ਤਾਂ ਉਹ ਦੁਕਾਨ ਜਿਹੜੀ ਹੈ ਉਹ ਏਡੀ ਕੁ ਦੇਰ ਵਾਸਤੇ ਜ਼ਰੂਰ ਖੁੱਲੇਗੀ। ਸੋ ਇਹ ਪੰਜਾਬ ਸਰਕਾਰ ਦਾ ਇਹ ਫੈਸਲਾ ਸਰਕਾਰ ਨੂੰ ਲੈਣਾ ਹੀ ਪੈਣਾ ਸੀ, ਕਿਉਂਕਿ ਸਾਵਧਾਨੀ ਅਗਰ ਹਟੀ ਤੇ ਦੁਰਘਟਨਾ ਘਟੀ ਹੈ ਪੰਜਾਬ ਦੇ ਵਿੱਚ। ਜੀ ਕਮਲ ਜੀ ਜੇ ਗੱਲ ਕੀਤੀ ਜਾਵੇ, ਜਿਵੇਂ ਰਸ਼ਪਾਲ ਜੀ ਨੇ ਕਿਹਾ ਕਿ ਫੈਸਲਾ ਲੈਣਾ ਹੀ ਪੈਣਾ ਸੀਗਾ, ਸੋ ਲੋਕਡਾਊਨ ਦਾ ਜਿਹੜਾ ਫੈਸਲਾ ਸੀ ਉਹ ਜ਼ਰੂਰੀ ਸੀ। ਬਿਲਕੁਲ ਪ੍ਰਿਆ ਜੀ, ਸਭ ਤੋਂ ਪਹਿਲਾਂ ਤੇ ਸਾਰੇ NRI ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇਹ ਜਿਹੜਾ ਫੈਸਲਾ ਪ੍ਰਿਆ ਜੀ ਬਿਲਕੁਲ ਇਹ ਸਮੇਂ ਦੀ ਲੋੜ ਸੀਗੀ, ਪਰ ਇਹਦੇ ਵਿੱਚ ਮੈਂ ਇੱਕ ਗੱਲ ਕਰਾਂਗਾ ਵੀ ਦੇਖੋ ਸਾਨੂੰ ਇੱਕ ਚੀਜ਼ ਸਮਝ ਨਹੀਂ ਲੱਗਦੀ ਵੀ ਸਾਡੀ ਜਿਹੜੀ ਸਰਕਾਰ ਹੈ ਉਹ ਮਤਲਬ ਕਿਸ ਤਰ੍ਹਾਂ ਦੇ ਫੈਸਲੇ ਕਿੱਦਾਂ ਲੈਂਦੀ ਆ। 10 ਮਿੰਟ ਪਹਿਲਾਂ ਅਸੀਂ ਗੱਲ ਕਰੀਏ ਤੇ ਮੁੱਖ ਮੰਤਰੀ ਸਾਹਿਬ ਮੁਖਾਤਬ ਹੁੰਦੇ ਨੇ ਲੋਕਾਂ ਨੂੰ, ਉਸ ਟਾਈਮ ਕੋਈ ਵੀ ਡਿਕਲੇਅਰ ਨਹੀਂ ਕਰਦੇ ਕਿ ਇਹ ਜਿਹੜਾ ਲੋਕਡਾਊਨ ਆ 2 ਹਫ਼ਤੇ ਲਈ ਵਧਾ ਦਿੱਤਾ ਜਾਏਗਾ। ਤੇ ਜਿਸ ਤਰ੍ਹਾਂ ਹੀ ਆਪਣੀ ਉਹ ਗੱਲਬਾਤ ਨੂੰ ਖਤਮ ਕਰਦੇ ਨੇ ਉਸ ਤੋਂ ਬਾਅਦ ਵਿੱਚ ਅਚਨਚੇਤ ਸ਼ਾਇਦ ਉਹਨਾਂ ਨੂੰ ਜਿੱਦਾਂ ਚੇਤਾ ਆ ਜਾਂਦਾ ਹੈ ਤੇ ਉਹਦਾ ਜਿਹੜਾ ਉਹ ਕਰਫਿਊ ਵਧਾਉਣ ਦੀ ਗੱਲ ਕਰਦੇ ਨੇ 17 ਤਰੀਕ ਤੱਕ ਦੀ।
ਸੋ ਜਿੰਨੇ ਵੀ ਅੱਜ ਤੱਕ ਦੇ ਫੈਸਲੇ ਹੋਏ ਨੇ ਸਰਕਾਰ ਦੇ, ਉਹ ਇੱਕ ਅਚੰਭਿਤ ਫੈਸਲੇ ਹੁੰਦੇ ਨੇ। ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਸ਼ਾਇਦ ਇਹ ਫੈਸਲਾ ਕਦੋਂ ਵਾਪਸ ਲੈ ਲਿਆ ਜਾਏਗਾ, ਕਿਉਂਕਿ ਪਹਿਲਾਂ ਵੀ ਬਹੁਤ ਯੂ ਟਰਨ ਜਿਹੜੇ ਨੇ ਉਹ ਸਾਡੀ ਸਰਕਾਰ ਨੇ ਜਿਹੜੇ ਨੇ ਉਹ ਲਏ ਨੇ। ਫੈਸਲਾ ਲੈ ਲੈਣਾ, ਉਹ ਤੋਂ 1 ਘੰਟੇ ਬਾਅਦ 2 ਘੰਟੇ ਬਾਅਦ ਵਾਪਸ ਲੈ ਲੈਣਾ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਇਸ ਟਾਈਮ ਦੇਖੋ ਸਮੇਂ ਦੀ ਲੋੜ ਸੀਗੀ। ਸਭ ਤੋਂ ਪਹਿਲੀ ਗੱਲ ਤੇ 3 ਤਰੀਕ ਤੱਕ ਦਾ ਲਾਕਡਾਊਨ ਜਿਹੜਾ ਪੂਰੇ ਭਾਰਤ ਦੇ ਵਿੱਚ ਸੀਗਾ, ਸੋ ਫਿਰ ਤਦ ਤੱਕ ਤਾਂ ਉਹਨਾਂ ਨੂੰ ਕੰਟੀਨਿਊ ਰੱਖਣਾ ਚਾਹੀਦਾ। ਜਿਹੜਾ ਕਰਫਿਊ ਸੀਗਾ ਉਹ 30 ਤਰੀਕ ਤੱਕ ਸੀਗਾ, ਬਟ ਇੱਕ ਪ੍ਰਾਇਰ ਇਹਨਾਂ ਨੇ ਉਸ ਚੀਜ਼ ਤੋਂ ਆਪਣਾ ਜਿਹੜਾ ਡਿਸੀਜਨ ਜਿਹੜਾ ਉਹ ਲੈ ਲਿਆ, ਜਦ ਕਿ ਹਲੇ ਕੈਬਨਿਟ ਦੀ ਮੀਟਿੰਗ ਜਿੱਥੇ ਕਿ 30 ਤਰੀਕ ਨੂੰ ਕਹੀ ਜਾ ਰਹੀ ਸੀ ਕਿ ਹੋਏਗੀ, ਉਹਨੂੰ ਪੋਸਟਪੋਨ ਕਰਕੇ ਸਰਕਾਰ ਨੇ 2 ਤਰੀਕ ਤੱਕ ਕਰ ਦਿੱਤਾ ਗਿਆ। ਸੋ ਮਤਲਬ ਇਹ ਸਮਝ ਨਹੀਂ ਲੱਗਦੀ ਵੀ ਇਸ ਤਰ੍ਹਾਂ ਦੀ ਜਿਹੜੀ ਹੌਚ ਪੌਚ ਹੈ ਸਰਕਾਰ ਦੇ ਵਿੱਚ, ਜਾਂ ਤਾਂ ਸਰਕਾਰ ਨੂੰ ਸਹੀ ਜਿਹੜੇ ਸਲਾਹਕਾਰ ਨਹੀਂ ਮਿਲ ਪਾ ਰਹੇ ਕੈਪਟਨ ਸਾਹਿਬ ਦੇ ਕੋਲ, ਜਾਂ ਬੜੇ ਬੁਖਲਾਹਟ ਦੇ ਵਿੱਚ ਨੇ ਕੈਪਟਨ ਸਾਹਿਬ। ਸਾਨੂੰ ਸਮਝ ਹੀ ਨਹੀਂ ਲੱਗਦੀ। ਹੁਣ ਇਹ ਤਾਂ ਕਹਿ ਦਿੱਤਾ ਵੀ ਕਰਫਿਊ ਵਧੇਗਾ ਐਂਡ 4 ਘੰਟੇ ਦੀ ਢਿੱਲ ਵੀ ਦੇ ਦਿੱਤੀ ਕਿ 7 ਤੋਂ ਲੈ ਕੇ 11 ਵਜੇ ਤੱਕ ਦੀ, ਪਰ ਉਹਦੇ ਵੀ ਦਿਸ਼ਾ ਨਿਰਦੇਸ਼ ਹਾਲੇ ਤੱਕ ਇਹ ਨਹੀਂ ਜਾਰੀ ਕੀਤੇ ਗਏ, ਕਿਉਂਕਿ ਬਹੁਤ ਸਾਰੇ ਚੈਨਲਸ ਤੇ ਡਿਬੇਟ ਵੀ ਹੁੰਦੀ, ਮੈਂ ਵੀ ਦੇਖੀ ਆ, ਐਂਡ ਇਹਦੇ ਵਿੱਚ ਨਾਲ ਹੀ ਸੁਖਬਗਾਹਟ ਜਿਹੜੀ ਸ਼ੁਰੂ ਹੋ ਗਈ ਆ ਵੀ ਕੀ ਮਾਲਸ ਵੀ ਖੁੱਲਣਗੇ ਜਾਂ ਨਹੀਂ ਖੁੱਲਣਗੇ, ਉੱਥੋਂ ਦੀਆਂ ਕੁਝ ਦੁਕਾਨਾਂ ਖੁੱਲਣਗੀਆਂ ਨਹੀਂ ਖੁੱਲਣਗੀਆਂ, ਜਾਂ ਜਿਹੜੇ ਆਪਾਂ ਕਹਿ ਦਈਏ ਵੀ ਕਟਿੰਗ ਵਾਲੀਆਂ ਦੁਕਾਨਾਂ ਨੇ, ਸੈਲੂਨਸ ਨੇ, ਇਹ ਖੁੱਲਣਗੇ ਜਾਂ ਨਹੀਂ ਖੁੱਲਣਗੇ। ਸੋ ਬਹੁਤ ਸਾਰੇ ਸਵਾਲ ਖੜੇ ਹੋ ਗਏ ਨੇ, ਕਿਉਂਕਿ ਇੱਕ ਬੜੀ ਵੱਡੀ ਗੱਲ ਹੈ ਕਿ ਇੱਥੇ ਜੇ ਦੁਕਾਨਾਂ ਖੁੱਲਣਗੀਆਂ ਤੇ ਲੋਕ ਤਾਂ ਮਤਲਬ ਆਪ ਮਾਰੇ ਇੱਕਦਮ ਨਿਕਲਣਗੇ ਬਾਹਰ, ਕਿਉਂਕਿ ਬਹੁਤ ਦਿਨਾਂ ਤੋਂ ਲੋਕ ਬੰਦ ਨੇ ਐਂਡ ਉਹਨਾਂ ਨੂੰ ਕੰਟਰੋਲ ਕਰਨਾ ਜਿਹੜਾ ਵਾ ਬਹੁਤ ਮੁਸ਼ਕਿਲ ਹੋਏਗਾ। ਨਾ ਹੀ ਇਹਦੇ ਵਿੱਚ ਕੋਈ ਡਿਕਲੇਅਰ ਕੀਤਾ ਗਿਆ ਹੈ ਕਿ ਇਹਦੇ ਵਿੱਚ ਹੋਲਸੇਲ ਦੀਆਂ ਦੁਕਾਨਾਂ ਕਿਹੜੇ ਟਾਈਮ ਤੇ ਖੁੱਲਣਗੀਆਂ ਜਾਂ ਰਿਟੇਲ ਦੀਆਂ ਦੁਕਾਨਾਂ ਕਿਹੜੇ ਟਾਈਮ ਤੇ ਖੁੱਲਣਗੀਆਂ, ਪਬਲਿਕ ਉੱਥੇ ਖੁਦ ਪਹੁੰਚੇਗੀ ਜਾਂ ਉਹਨਾਂ ਲੋਕਾਂ ਨੂੰ ਇਹ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਵੀ ਉਹ ਆਪਣਾ ਸਮਾਨ ਜਿਹੜਾ ਹੈ ਉਹ ਘਰਾਂ ਤੱਕ ਪਹੁੰਚਦਾ ਕਰਨਗੇ। ਸੋ ਇਹ ਬੜੇ ਵੱਡੇ ਸਵਾਲ ਨੇ ਖੜੇ। ਇੱਕ ਜਿਹੜੇ ਫੈਸਲਾ ਲਿਆ ਗਿਆ ਇਹਦੇ ਵਿੱਚ ਕੋਈ ਕਲੈਰਿਟੀ ਨਹੀਂ ਹੈ। ਜੀ ਕਮਲ ਜੀ, ਅਸੀਂ ਤੁਹਾਡੇ ਕੋਲ ਵਾਪਸ ਆਵਾਂਗੇ। ਯੁੱਧਵੀਰ ਜੀ, ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਮੈਂ NRI ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਵੀ ਸਾਰਿਆਂ ਦਾ, ਵੀ ਤੁਸੀਂ ਇਸ ਅਹਿਮ ਪ੍ਰੋਗਰਾਮ ਨੂੰ ਤੁਸੀਂ ਵਾਚ ਕਰ ਰਹੇ ਹੋ। ਦੂਸਰਾ, ਪ੍ਰਿਆ ਜੀ, ਕੈਪਟਨ ਅਮਰਿੰਦਰ ਸਿੰਘ ਦਾ ਮੈਂ ਇੱਕ ਗੱਲੋਂ ਸ਼ਲਾਘਾ ਵੀ ਕਰਦਾ, ਜਿਨ੍ਹਾਂ ਨੇ ਇਨੀਸ਼ੀਏਟਿਵ ਲੈ ਕੇ ਜਿਹੜਾ ਵਾ ਲੋਕਡਾਊਨ ਦਾ ਜਿਹੜਾ ਸ਼ੁਰੂਆਤ ਕਰ ਦਿੱਤੀ ਸੀ, ਪਰ ਉਹਨਾਂ ਨੇ ਕਲੀਅਰ ਨਹੀਂ ਕੀਤਾ ਵੀ ਲੋਕਡਾਊਨ ਕੀ ਆ ਤੇ ਕਰਫਿਊ ਕੀ ਆ। ਕਿਉਂਕਿ ਜੇਕਰ ਕਰਫਿਊ ਆ ਉਹਦੇ ਵਿੱਚ ਲੋਕਾਂ ਨੂੰ ਆਪਦੀਆਂ ਬੇਸਿਕ ਇਮਿਊਨਿਟੀਜ਼ ਦਾ ਪ੍ਰਬੰਧ ਕਿਤੇ ਨਾ ਕਿਤੇ ਆਪ ਕਰਨਾ ਪੈਂਦਾ, ਤੇ ਸਰਕਾਰ ਵੀ ਉਹਦੇ ਵਿੱਚ ਕੁਝ ਨਾ ਕੁਝ ਢਿੱਲ ਦਿੰਦੀ ਆ। ਪਰ ਜਿਹੜਾ ਲੋਕਡਾਊਨ ਹੁੰਦਾ ਵਾ ਉਹਦੇ ਵਿੱਚ ਸਾਰਾ ਹੀ ਤਾਲਾਬੰਦੀ ਕਰ ਦਿੱਤੀ ਜਾਂਦੀ ਆ। ਲੋਕਾਂ ਦੇ ਕੰਮ ਜਿਹੜੇ ਆ ਬਿਲਕੁਲ ਬੰਦ ਕਰ ਦਿੱਤੇ ਜਾਂਦੇ ਆ। ਸੋਰਸ ਆਫ ਇਨਕਮ ਜਿਹੜੇ ਆ ਉਹ ਬੰਦ ਹੋ ਜਾਂਦੇ ਆ, ਪਰ ਖਰਚੇ ਬਿਲਕੁਲ ਨਿਰੰਤਰ ਉਸੇ ਤਰ੍ਹਾਂ ਜਾਰੀ ਰਹਿੰਦੇ ਆ। ਪਰ ਉਸ ਤੋਂ ਪੈਰਲਲ ਇਹਨਾਂ ਨੇ ਲੋਕਾਂ ਨੂੰ ਕੀ ਸਹੂਲਤਾਂ ਦਿੱਤੀਆਂ ਵਾ? ਜੇ ਲੋਕਡਾਊਨ ਕੀਤਾ ਵਾ, ਲੋਕਾਂ ਫਿਰ ਨਿਆਣੇ ਲੋਕਾਂ ਦੇ ਸੜਕਾਂ ਤੇ ਆ ਕੇ ਕਿਉਂ ਰੌਲਾ ਪਾਉਂਦੇ ਰਹੇ ਵੀ ਸਾਡੇ ਘਰ ਰਾਸ਼ਨ ਹੈ ਨਹੀਂ ਆ? ਲੋਕਾਂ ਦੀਆਂ ਜਿਹੜੀਆਂ ਜਨਾਨੀਆਂ ਵਾ ਜੇਕਰ ਉਹ ਰੌਲਾ ਪਾਉਂਦੀਆਂ ਤੇ ਮਨਪ੍ਰੀਤ ਬਾਦਲ ਵਰਗੇ ਹਲਕੇ ਜਿਹੜੇ ਜਿਨ੍ਹਾਂ ਦਾ ਹਲਕਾ ਵਾ ਮਿਨਿਸਟਰ ਆ, ਉਸ ਜਨਾਨੀਆਂ ਦੇ ਉੱਤੇ ਪਰਚਾ ਕਰ ਦਿੰਦੇ ਆ। ਇਹ ਜੀ ਕਿਹੜੀ ਕਿਉਂ ਗੈਗ ਕਰਨ ਦੀ ਕੋਸ਼ਿਸ਼ ਕਰ ਦਿੰਦੇ ਆ ਫਿਰ ਗਲੇ ਨੂੰ? ਜੇ ਇਹਨਾਂ ਨੇ 4 ਘੰਟੇ ਦੀ ਕੋਈ ਨਾ ਕੋਈ ਢਿੱਲ ਦਿੱਤੀ ਆ ਕਰਫਿਊ ਦੀ, ਤਾਂ ਉਹ ਇਹਨਾਂ ਨਹੀਂ ਆਪਦੀ ਨੈਗਲੀਜੈਂਸੀ ਆ, ਕਿਉਂਕਿ ਇਹਨਾਂ ਨੂੰ ਪਤਾ ਵਾ ਵੀ ਲੋਕਾਂ ਦੇ ਕੋਲ ਜਿਹੜੀ ਬੱਚਤ ਆ ਉਹ ਖਤਮ ਹੋ ਚੁੱਕੀ ਆ, ਤੇ ਹੁਣ ਲੋਕਾਂ ਨੇ ਸਾਡੇ ਗੱਲ ਪੈਣਾ। ਸਾਨੂੰ ਘਰੋਂ ਬਾਹਰ ਨਿਕਲਣ ਤੱਕ ਨਹੀਂ ਇਹਨਾਂ ਨੇ ਮੋਹਲਤ ਦੇਣੀ, ਤੇ ਲੋਕਾਂ ਨੂੰ ਥੋੜੀ ਬਹੁਤੀ ਢਿੱਲ ਦੇ ਦਿਓ, ਆਪਣਾ ਮਾੜਾ ਮੋਟਾ ਗੁਜ਼ਾਰਾ ਕਰ ਲੈਣ। ਪਰ ਸਰਕਾਰ ਨੇ ਕੀ ਇਨੀਸ਼ੀਏਟਿਵ ਦਿੱਤਾ ਇਹਨਾਂ ਨੂੰ? ਸਰਕਾਰ ਨੇ ਕੀ ਪ੍ਰੋਵਾਈਡ ਕਰਵਾ ਕੇ ਦਿੱਤਾ? ਕੁਛ ਨਹੀਂ ਜੀ। ਜਿਹੜਾ ਰਾਸ਼ਨ ਆ ਰਿਹਾ ਵਾ ਉਹਦੇ 'ਚ ਵੱਡਾ ਪੱਖਪਾਤ ਸਾਹਮਣੇ ਨਜ਼ਰ ਆ ਰਿਹਾ ਵਾ। ਸੋ ਇਹ ਜੇ ਤਾਂ ਇਹਨਾਂ ਨੇ ਰਿਆਇਤ ਦੇਣੀ ਆ ਕਰਫਿਊ ਦੇ ਵਿੱਚ, ਤੇ ਲੋਕਾਂ ਦੇ ਬਾਰੇ ਵੀ ਸੋਚਣ। ਸਾਰੀ ਟਰਾਂਸਪੋਰਟ ਬੰਦ ਆ, ਆਟੋ ਸਾਰੇ ਬੰਦ ਆ, ਰਿਕਸ਼ਾ ਚਾਲਕ ਸਾਰੇ ਉਹ ਘਰ ਬੈਠੇ ਆ, ਦਿਹਾੜੀਦਾਰ ਮਜ਼ਦੂਰ ਘਰ ਬੈਠੇ ਆ, ਹੈਂਡ ਟੂ ਮਾਊਥ, ਹੱਥ ਤੋਂ ਮੂੰਹ ਤੱਕ ਕਾਣ ਖਾਣ ਵਾਲੇ ਲੋਕ ਜਿਹੜੇ ਆ ਘਰ ਵਿਹਲੇ ਬੈਠੇ ਆ। ਉਹਨਾਂ ਕੋਲ ਪੈਸਾ ਹੈ ਨਹੀਂ ਆ, ਉਹ ਕਿੱਥੋਂ ਰਾਸ਼ਨ ਲੈਣਗੇ ਜਾ ਕੇ? ਕਿੱਦਾਂ ਆਪਣਾ ਗੁਜ਼ਾਰਾ ਕਰਨਗੇ? ਸੋ ਕੈਪਟਨ ਸਾਹਿਬ, ਇਹਨਾਂ ਨੂੰ ਇੰਨਾ ਕੁ ਮਹਿਸੂਸ ਹੋ ਚੁੱਕਾ ਵੀ ਲੋਕਾਂ ਦੇ ਵਿੱਚ ਹੁਣ ਹਾਹਾਕਾਰ ਮਚਣ ਵਾਲੀ ਆ। ਸੋ ਇਸ ਬੰਨੇ ਉਹਨਾਂ ਦਾ ਧਿਆਨ ਡਿਸਟਰੈਕਟ ਕਰ ਦਿੱਤਾ ਜਾਵੇ, ਇਸ ਤੋਂ ਵੱਧ ਕੁਝ ਨਹੀਂ ਹੈ ਜੀ। ਰਿਸ਼ਪਾਲ ਜੀ, ਗੱਲ ਕੀਤੀ ਜਾਵੇ, ਐਲਾਨ ਹੋ ਗਿਆ ਹੈ ਹਨਾ ਲੋਕਡਾਊਨ ਦਾ ਕਿ 2 ਹਫ਼ਤੇ ਬਾਜੇਗਾ, ਪਰ ਕੀ ਇਸ ਤੇ ਵੀ ਕੋਈ ਫੈਸਲਾ ਆਇਆ ਹੈ ਕਿ ਲੋਕਡਾਊਨ ਦੇ ਵਿੱਚ ਅਜਿਹੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ, ਘਰ ਘਰ ਰਾਸ਼ਨ ਪਹੁੰਚਾਇਆ ਜਾਵੇਗਾ? ਕਿਉਂਕਿ ਜਿਹੜੇ ਲੋਕ ਇਸ ਸਮੇਂ ਘਰੇ ਬੈਠੇ ਨੇ, ਬਹੁਤ ਸਾਰੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉੱਥੇ ਦੇ ਜਿਹੜੇ ਲੋਕ ਨੇ ਉਹ ਤਾਂ ਚਾਹੇ ਵਰਕ ਫਰੋਮ ਹੋਮ ਕਰ ਰਹੇ ਨੇ, ਪਰ ਜਿਹੜੇ ਦਿਹਾੜੀਦਾਰ ਮਜ਼ਦੂਰ ਨੇ, ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੇ ਨੇ, ਉਹ ਘਰੇ ਇਸ ਸਮੇਂ ਵਿਹਲੇ ਬੈਠੇ ਨੇ। ਸੋ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਏਗਾ ਕਿ ਨਹੀਂ? ਪ੍ਰਿਆ ਜੀ, ਜੋ 3 ਮਈ ਸੀ, 3 ਮਈ ਨੂੰ ਬੜੀ ਆਸ ਦੇ ਨਾਲ ਪੂਰੇ ਪੰਜਾਬ ਦੀ ਜਨਤਾ ਜਿਹੜੀ ਹੈ ਉਹ ਦੇਖ ਰਹੀ ਸੀ। ਚੰਗੀ ਆਸ ਉਹਨਾਂ ਨੂੰ ਲੱਗ ਰਹੀ ਸੀ, ਕਿਉਂਕਿ ਜੋ ਪੰਜਾਬ ਦੇ ਹਾਲਾਤ ਸੀ, ਕਰੋਨਾ ਵਾਇਰਸ ਦੇ ਜਿਹੜੇ ਮਰੀਜ਼ ਸੀਗੇ
ਉਹਨਾਂ ਨੂੰ ਕਾਫੀ ਹੱਦ ਤੱਕ ਹਰਾ ਦਿੱਤਾ ਸੀ, ਠੱਲ ਪੈ ਚੁੱਕੀ ਸੀ ਔਰ ਬਹੁਤ ਘੱਟ ਗਿਣਤੀ ਜਿਹੜੇ ਮਰੀਜ਼ ਸੀਗੇ ਜਿਹੜਾ ਕਰੋਨਾ ਦੇ ਜਿਹੜੀ ਲੜਾਈ ਹੈ ਉਹ ਲੜ ਰਹੇ ਸੀਗੇ। ਪਰ ਕਿਤੇ ਨਾ ਕਿਤੇ ਪੰਜਾਬ ਜਿਹੜਾ ਉਹਦਾ ਮਾਹੌਲ ਸੁਧਰ ਰਿਹਾ ਸੀ ਔਰ ਹਰ ਇੱਕ ਨੂੰ ਲੱਗਦਾ ਸੀ ਕਿ ਕੁਝ ਸ਼ਰਤਾਂ ਤੇ ਕੁਝ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ 3 ਮਈ ਤੋਂ ਪੰਜਾਬ ਸਰਕਾਰ ਜਿਹੜੀ ਹੈ ਬਹੁਤ ਵੱਡਾ ਫੈਸਲਾ ਲਏਗੀ। ਔਰ ਕਿਉਂਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਹੈ, ਉਹਨਾਂ ਵੱਲੋਂ ਵੀ ਹੋ ਗਿਆ ਕਿ ਜਿਹੜੀਆਂ ਰਾਜ ਸਰਕਾਰਾਂ ਨੇ ਉਹ ਆਪਣਾ ਫੈਸਲਾ ਆਪਣੇ ਨਿਯਮਾਂ, ਆਪਣੇ ਸ਼ਰਤਾਂ ਜਾਂ ਆਪਣੇ ਰਾਜ ਦੀ ਪੋਜੀਸ਼ਨ ਮੁਤਾਬਕ ਲੈ ਸਕਦੀਆਂ ਨੇ। ਦੂਸਰੀ ਗੱਲ ਹੈਗੀ ਹੈ ਕਿ ਜਿਹੜੇ ਮਜ਼ਦੂਰ ਨੇ ਉਹ ਘਰਾਂ ਦੇ ਵਿੱਚ ਆਪਣੇ ਖਰਚਿਆਂ ਨੂੰ ਲੈ ਕੇ, ਆਪਣੇ ਤੇ ਵੱਧ ਰਹੇ ਖਰਚੇ ਨੂੰ ਲੈ ਕੇ, ਆਪਣੀਆਂ ਜ਼ਰੂਰਤਾਂ ਨੂੰ ਲੈ ਕੇ, ਆਪਣੀਆਂ ਦੁਕਾਨਾਂ 'ਚ ਐਕਸਪਾਇਰ ਹੋ ਰਹੇ ਸਾਮਾਨ ਨੂੰ ਲੈ ਕੇ, ਜੋ ਬਹੁਤ ਸਾਰੇ ਐਸੇ ਕੰਮ ਨੇ ਜਿਨ੍ਹਾਂ ਦੇ ਕਰਕੇ ਜੋ ਛੋਟੇ ਦੁਕਾਨਦਾਰ ਤੇ ਮਜ਼ਦੂਰ ਨੇ ਉਹਨਾਂ ਨੇ 3 ਤਰੀਕ ਨੂੰ ਇੱਕਦਮ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਸੀ। ਸੜਕਾਂ ਦੇ ਉੱਤੇ ਜੋ ਸੋਸ਼ਲ ਡਿਸਟੈਂਸ ਆ ਉਹ ਖਤਮ ਹੋ ਜਾਣਾ ਸੀ ਔਰ ਜੋ ਉਹ ਇੱਕ ਮੇਲੇ ਦਾ ਰੂਪ ਜਿਹੜਾ ਉਹਨੇ ਲੈ ਲੈਣਾ ਸੀ, ਅਖਤਿਆਰ ਕਰ ਲੈਣਾ ਸੀਗਾ ਔਰ 3 ਤਰੀਕ ਨੂੰ ਸੜਕਾਂ ਦੇ ਉੱਤੇ ਇੰਨਾ ਰਸ਼ ਦਿਖਾਈ ਦੇਣਾ ਸੀਗਾ ਕਿ ਇਸ ਤਰ੍ਹਾਂ ਲੱਗਣਾ ਸੀ ਕਿ ਜਿਵੇਂ ਹਰ ਪਾਸੇ ਹਰ ਤਰਫ ਦੁਨੀਆ ਸੜਕਾਂ ਤੇ ਘਰਾਂ ਤੋਂ ਬਾਹਰ ਆ ਚੁੱਕੀ ਹੈ। ਫਿਰ ਉਸ ਤੋਂ ਬਾਅਦ ਜੋ ਸਕੂਲਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਮਾਤਾ ਪਿਤਾ ਸੀ ਉਹਨਾਂ ਆਪਣੇ ਬੱਚਿਆਂ ਦਾ ਭਵਿੱਖ ਜਾਣਨ ਵਾਸਤੇ ਸਕੂਲਾਂ ਵੱਲ ਨੂੰ ਰੁਖ ਕਰਨਾ ਸੀ, ਸਕੂਲਾਂ ਨੂੰ ਦੌੜਨਾ ਸੀਗਾ। ਸਕੂਲਾਂ 'ਚ ਜਾ ਕੇ ਬੱਚੇ ਬਾਰੇ ਪੁੱਛੀਏ, ਉਹਨਾਂ ਦੇ ਜੋ 10ਵੀਂ ਦੇ ਪੇਪਰ ਹੈ, +2 ਦੇ ਪੇਪਰ ਹੈ ਔਰ ਜਿਨ੍ਹਾਂ ਨੇ +2 ਐਡਮਿਸ਼ਨ ਲੈਣੀ ਹੈ ਉਹਨਾਂ ਦੇ ਬਾਰੇ, ਜਿਨ੍ਹਾਂ ਨੇ 5ਵੀਂ ਤੋਂ ਜਾਂ 8ਵੀਂ ਚੋਂ ਪਾਸ ਹੋ ਕੇ ਜੋ ਅੱਗੇ ਦਾਖਲੇ ਲੈਣੇ ਉਹਨਾਂ ਬਾਰੇ। ਸਕੂਲਾਂ ਦੇ ਵਿੱਚ ਰਸ਼ ਹੋਣਾ ਸੀ, ਐਜੂਕੇਸ਼ਨ ਜਿੰਨੇ ਸੰਸਥਾਨ ਨੇ ਉਹਨਾਂ ਦੇ ਵਿੱਚ ਰਸ਼ ਹੋਣਾ ਸੀਗਾ। ਸੋ ਰਹੀ ਗੱਲ, ਤੁਸੀਂ ਵੀ ਜਾਣਦੇ ਹੋ ਕਿ ਜੋ ਸਰਕਾਰਾਂ ਨੇ ਉਹਨਾਂ ਦੀ ਕਹਿਣੀ ਤੇ ਕਥਨੀ ਤੇ ਜ਼ਮੀਨ ਅਸਮਾਨ ਦਾ ਫਰਕ ਹੈ। ਹਕੀਕਤ ਗਰੀਬਾਂ ਦੀਆਂ ਬਸਤੀਆਂ 'ਚ ਜਾ ਕੇ ਪੁੱਛ ਲਓ ਕਿ ਸਰਕਾਰਾਂ ਵੱਲੋਂ ਰਾਸ਼ਨ ਕੀ ਮਿਲਿਆ ਹੈ ਕਿ 1 ਕਿਲੋ ਨਾਲ ਜਾਂ ਕਿਲੋ ਰਾਸ਼ਨ ਦੇ ਨਾਲ 10-10 ਦਿਨ 4-4 5-5 ਜੀਆਂ ਦੇ ਨਿਕਲਦੇ ਨੇ, ਕਦੀ ਵੀ ਨਹੀਂ। ਸੋ ਕਿਤੇ ਨਾ ਕਿਤੇ ਇਹ ਪ੍ਰਿਆ ਜੀ ਜ਼ਰੂਰ ਹੈ ਕਿ ਫੈਸਲਾ ਜੋ ਹੁਣ ਲੈਣਾ ਪਿਆ ਕੈਪਟਨ ਅਮਰਿੰਦਰ ਸਿੰਘ ਨੂੰ ਔਰ ਉਹਨਾਂ ਨੇ ਜਿੰਨਾ ਵੀ ਆਪਣੇ ਸਲਾਹਕਾਰਾਂ ਦੇ ਨਾਲ ਫੈਸਲਾ ਲੈ ਕੇ ਇਹ ਜੋ 3 ਮਈ ਤੋਂ ਬਾਅਦ 2 ਹਫ਼ਤੇ ਦਾ ਕਰਫਿਊ ਵਧਾਇਆ, ਲੋਕਡਾਊਨ ਨਹੀਂ ਕਰਫਿਊ ਵਧਾਇਆ। ਸੋ ਇਹ ਲਗਾਇਆ ਜੀ ਅੱਗੇ ਜੋ 14-15 ਦਿਨ ਦਾ ਇਹਨਾਂ ਨੇ ਕਰਫਿਊ, ਸੋ ਉਹਦਾ ਫੈਸਲਾ ਲਿਆ, ਤੁਰੰਤ ਲਿਆ, ਕਿਸ ਦੇ ਕਹਿਣ ਤੇ ਲਿਆ, ਇਹ ਉਹਨਾਂ ਨੇ ਕੀ ਭਵਿੱਖ ਦੇਖਿਆ, ਉਹਨਾਂ ਨੂੰ ਕਿਵੇਂ ਲੱਗਾ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਜੋ ਤਕਰੀਬਨ 3000 ਦੇ ਕਰੀਬ ਹਜ਼ੂਰ ਸਾਹਿਬ ਤੋਂ ਸੰਗਤ ਆ ਰਹੀ ਹੈ, ਮੈਡੀਕਲ ਪ੍ਰੋਪਰ ਹੋ ਜਾਵੇ, ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਪਹਿਲਾ ਜਥਾ ਆਇਆ ਹਜ਼ੂਰ ਸਾਹਿਬ ਤੋਂ ਜਿਵੇਂ ਉਹਨਾਂ ਦੇ ਵਿੱਚੋਂ ਕਰੋਨਾ ਦੇ ਮਰੀਜ਼ ਆਏ ਉਹ ਸਾਰੇ ਕਿਸੇ ਭੀੜ ਦਾ ਹਿੱਸਾ ਬਣ ਗਏ, ਉਹਦੇ ਸੰਪਰਕ 'ਚ ਆ ਗਏ ਤਾਂ ਫਿਰ ਪੰਜਾਬ ਦੇ ਹਾਲਾਤ ਵੱਧ ਨਾਲੋਂ ਬੱਤਰ ਹੋ ਜਾਣੇ ਨੇ। ਫਿਰ ਇਹ ਤੇ ਕਾਬੂ ਕਰਨਾ ਬਹੁਤ ਔਖਾ ਹੈ ਕਿਉਂਕਿ ਸਾਡੇ ਕੋਲ ਨਾ ਤਾਂ ਵੈਸਾ ਮੈਡੀਕਲ ਸਟਾਫ ਹੈ, ਨਾ ਵੈਸੀਆਂ ਮੈਡੀਕਲ ਸਹੂਲਤਾਂ ਨੇ ਔਰ ਨਾ ਹੀ ਵੈਸੇ ਉਪਕਰਨ ਨੇ ਔਰ ਇਸ ਵੇਲੇ ਜੋ ਡਾਕਟਰੀ ਟੀਮਾਂ ਵੀ ਨੇ ਉਹ ਵੀ ਕਿਤੇ ਨਾ ਕਿਤੇ ਥੱਕ ਚੁੱਕੇ ਨੇ ਕਿਉਂਕਿ ਕੰਮ ਕਰਨ ਵਾਲੇ ਤੇ ਉਹੀ ਚੰਦ ਡਾਕਟਰ ਸੀਗੇ। ਪ੍ਰਾਈਵੇਟ ਜਿੰਨੇ ਸਥਾਨ ਨੇ, ਅਦਾਰੇ ਨੇ, ਸਾਰੇ ਆਰਾਮ ਫਰਮਾ ਰਹੇ ਨੇ, ਉਹਨਾਂ ਦਾ ਕਿਸੇ ਦਾ ਵੀ ਸਹਿਯੋਗ ਜਿਹੜਾ ਹੈ ਖੁੱਲ ਕੇ ਸਾਹਮਣੇ ਨਹੀਂ ਆਇਆ। ਇਸ ਤਰੀਕੇ ਦੇ ਨਾਲ ਲੋਕਾਂ ਨੇ ਬਾਕੀ ਲੰਗਰ ਲਾਏ ਨੇ, ਕਿਸੇ ਨੇ ਬਿਲਕੁਲ ਦਵਾਈ ਦਾ ਤੇ ਇਲਾਜ ਦਾ ਲੰਗਰ ਜਿਹੜਾ ਉਹ ਨਹੀਂ ਲਗਾਇਆ। ਪ੍ਰਿਆ ਜੀ ਬਿਲਕੁਲ ਬਿੱਟੂ ਜੀ ਜੀ ਮੈਂ ਤੁਹਾਡੀ ਗੱਲ ਨਾਲ ਰਿਸ਼ਪਾਲ ਜੀ, ਮੈਂ ਤੁਹਾਡੀ ਗੱਲ ਨਾਲ ਪੂਰਾ ਸਹਿਮਤ ਹਾਂ। ਇਹੀ ਗੱਲ ਮੈਂ ਕਰ ਰਿਹਾ ਸੀ ਵੀ ਕਿਤੇ ਨਾ ਕਿਤੇ ਹਾਹਾਕਾਰ ਮਚਣ ਵਾਲੀ ਆ, ਉਸ ਤੋਂ ਧਿਆਨ ਹਟਾਉਣ ਦੇ ਲਈ ਇਹੋ ਜਿਹੇ ਫੈਸਲੇ ਲਏ ਜਾ ਰਹੇ ਆ। ਦੂਸਰੀ ਗੱਲ, ਹਜ਼ੂਰ ਸਾਹਿਬ ਤੋਂ ਜਿਹੜੀ ਸੰਗਤ ਆ ਰਹੀ ਆ ਉਹਨਾਂ ਦੇ 2 ਪੋਜ਼ਿਟਿਵ ਮਰੀਜ਼ ਆ ਤਰਨਤਾਰਨ ਵਾਲੀ ਸਾਈਡ ਤੋਂ ਜਿਹੜੇ ਮਿਲੇ ਸੀ, ਉਹਨਾਂ ਨੂੰ ਜਿਹੜਾ ਇਹਨਾਂ ਨੇ ਕਰਨਾ ਸੀ ਲੈ ਕੇ ਜਾਣਾ ਸੀ ਹਸਪੀਟਲ, ਉਸ ਐਂਬੂਲੈਂਸ ਦੀ ਕੰਡੀਸ਼ਨ ਦੇਖ ਲੈਂਦੇ ਕੀ ਸੀ। ਮਰੀਜ਼ ਆਪ ਵਿੱਚ ਝਾੜੂ ਮਾਰ ਕੇ ਆਪ ਉਹਨੂੰ ਸਫਾਈ ਕਰ ਰਿਹਾ, ਕਹਿੰਦਾ ਪਹਿਲਾਂ ਸੈਨੀਟਾਈਜ਼ ਕਰੋ ਫਿਰ ਮੈਂ ਜਾਣਾ, ਮੈਂ ਆਪਦੀ ਗੱਡੀ ਖੁਦ ਚਲਾ ਕੇ ਲੈ ਜਾਣਾ, ਤੁਸੀਂ ਆਪਦੀਆਂ ਗੱਡੀਆਂ ਅੱਗੇ ਪਿੱਛੇ ਲਾ ਲਿਓ। ਸੋ ਹੈਲਥ ਸਿਸਟਮ ਫੇਲ ਇੱਥੇ ਆ। ਯੁੱਧਵੀਰ ਜੀ, ਕੈਪਟਨ ਸਾਹਿਬ ਦਾ ਕਹਿੰਦੇ ਨੇ ਕਿ ਆਪਣਾ ਕੰਮ ਆਪ ਕਰਨਾ ਚਾਹੀਦਾ ਵਾ। ਸੋ ਮਰੀਜ਼ ਆਪਣਾ ਕੰਮ ਆਪ ਕਰ ਰਹੇ ਨੇ। ਸੋ ਆਪਣੀਆਂ ਜਾਣ ਵਾਲੀਆਂ ਜਿਹੜੀਆਂ ਜੋ ਐਂਬੂਲੈਂਸਾਂ ਨੇ ਜੋ ਉਹਨਾਂ ਨੂੰ ਲੈਣ ਆਉਂਦੀਆਂ ਨੇ, ਪਹਿਲਾਂ ਉਹਦੀ ਸਫਾਈ ਕਰਦੇ ਨੇ ਔਰ ਉਹਨਾਂ ਨੂੰ ਪੋਚਾ ਪਾਚਾ ਲਾ ਕੇ ਸੈਨੀਟਾਈਜ਼ ਕਰਕੇ ਫਿਰ ਉਹਦੇ 'ਚ ਸਵਾਰ ਹੋ ਕੇ ਇਲਾਜ ਲਈ ਜਾਂਦੇ ਨੇ। ਇਹ ਕੈਪਟਨ ਸਰਕਾਰ ਦੇ ਜਿਹੜੇ ਤਰੱਕੀ ਵਾਲੇ ਕਦਮ ਨੇ, ਕੈਪਟਨ ਸਰਕਾਰ ਦੀਆਂ ਉਪਲਬਧੀਆਂ ਨੇ, ਉਹਨਾਂ ਉਪਲਬਧੀਆਂ ਦੇ ਵਿੱਚ ਆ ਵੀ ਇੱਕ ਉਪਲਬਧੀ ਜਿਹੜੀ ਵੱਡੀ ਉਪਲਬਧੀ ਹੈ ਵੀ ਦਰਜ ਜ਼ਰੂਰ ਹੋਏਗੀ। ਜੀ ਬਿਲਕੁਲ ਸਹੀ ਹੈ ਜੀ। ਕਮਲ ਜੀ
ਜੀ ਕਮਲ ਜੀ, ਜੋ ਇੱਕ ਚੀਜ਼ ਦੇਖੀਏ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਸਾਰੇ ਰਾਜਾਂ ਦੇ ਵਿੱਚੋਂ ਪਹਿਲਾ ਰਾਜ ਸੀ ਜਿਸਨੇ ਕਰਫਿਊ ਲਗਾਇਆ ਸੀ ਹਨਾ, ਤੇ ਲੇਟ ਕਰਨ ਦਾ ਵੀ ਜਿਹੜਾ ਐਲਾਨ ਹੈ ਪੰਜਾਬ ਨੇ ਕੀਤਾ ਹੈ ਕਿ ਵੀ ਅਸੀਂ ਜਲਦੀ ਕਰਫਿਊ ਨਹੀਂ ਖੋਲਾਂਗੇ। ਇੰਨੀਆਂ ਪਾਬੰਦੀਆਂ ਹੋਣ ਤੋਂ ਬਾਅਦ ਵੀ ਪੰਜਾਬ ਦੇ ਜਿਹੜੇ ਕੇਸ ਨੇ ਉਹ ਲਗਾਤਾਰ ਵੱਧ ਰਹੇ ਨੇ। ਜਲੰਧਰ ਨੂੰ ਲੈ ਲਓ, ਪਠਾਨਕੋਟ ਨੂੰ ਲੈ ਲਓ, ਇਹਨਾਂ ਜ਼ਿਲ੍ਹਿਆਂ ਦੇ ਵਿੱਚ, ਕੁਝ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਕੇਸ ਵੱਧ ਰਹੇ ਨੇ। ਸੋ ਲੱਗਦਾ ਹੈ ਕਿ ਅਸੀਂ ਤਾਂ ਬਾਕੀ ਰਾਜਾਂ ਦੇ ਨਾਲੋਂ ਬਹੁਤ ਜ਼ਿਆਦਾ ਅਸੀਂ ਦਿਖਾ ਰਹੇ ਹਾਂ ਕਿ ਅਸੀਂ ਤਾਂ ਬਹੁਤ ਜ਼ਿਆਦਾ ਕਰ ਰਹੇ ਹਾਂ, ਅਸੀਂ ਤਾਂ ਕਰਫਿਊ ਲਗਾ ਦਿੱਤਾ ਹੈ, ਅਸੀਂ ਸਭ ਤੋਂ ਲੇਟ ਖੋਲਾਂਗੇ, ਪਰ ਫਿਰ ਵੀ ਇੰਨੇ ਜਿਹੜੇ ਕੇਸ ਆ ਰਹੇ ਨੇ। ਸੋ ਲੱਗਦਾ ਹੈ ਕਿ ਕੁਝ ਗਲਤੀਆਂ ਨੇ। ਬਿਲਕੁਲ ਜੀ ਪ੍ਰਿਆ ਜੀ, ਬਹੁਤ ਵਧੀਆ ਸਵਾਲ ਹੈ ਤੁਹਾਡਾ ਇੱਥੇ। ਐਂਡ ਜਿਸ ਤਰ੍ਹਾਂ ਮੇਰੇ ਸਾਥੀ ਜਿਹੜੇ ਪੈਨਲ ਤੇ ਬੈਠੇ ਨੇ ਉਹਨਾਂ ਨੇ ਬਹੁਤ ਵਧੀਆ ਸਰਕਾਰ ਦੀ ਉਪਲਬਧੀਆਂ ਗਿਣਾਈਆਂ ਨੇ। ਤੋ ਇਹਦੇ ਵਿੱਚ ਅਸੀਂ ਅਗਰ ਦੇਖੀਏ ਤਾਂ ਇਸ ਟਾਈਮ ਅਸੀਂ ਦੇਖਦੇ ਹਾਂ ਤਾਂ ਮੈਂ ਤੁਹਾਨੂੰ ਕੁਝ ਅੰਕੜੇ ਸ਼ੇਅਰ ਕਰਦਾ ਹਾਂ ਜਿਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਕਿ ਸਾਡੇ ਜਿਹੜੀ ਪੰਜਾਬ ਦੀ ਉਪਲਬਧੀ ਹੈ ਉਹ ਕਿਸ ਐਂਗਲ ਤੱਕ ਹੈ। ਸੋ ਅਸੀਂ ਅਗਰ ਦੇਖੀਏ ਸਾਡੀ ਜਿਹੜੀ ਸਰਕਾਰ ਹੈ ਇਸ ਟਾਈਮ ਦੇ ਉੱਤੇ ਜਿਹੜੀ ਉਹ ਪੂਰੀ ਤਰ੍ਹਾਂ ਜਿਹੜੀ ਉਹ ਫੇਲ ਹੋ ਚੁੱਕੀ ਹੈਗੀ ਆ ਇਸ ਸਾਰੇ ਹੈਲਥ ਸਿਸਟਮ ਨੂੰ ਕਰਨ ਵਾਸਤੇ। ਆਲਰੇਡੀ ਮੇਰੇ ਸਾਥੀ ਜੁਗਵੀਰ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਹ ਐਂਬੂਲੈਂਸ ਦੇ ਵਿੱਚ ਝਾੜੂ ਫੇਰ ਕੇ ਜਿਹੜੇ ਨੇ ਸਾਡੇ ਮਰੀਜ਼ ਨੇ ਖੁਦ ਮਤਲਬ ਉਹਦੇ 'ਚ ਸਵਾਰ ਹੋਣ ਦੀ ਗੱਲ ਕਰਦੇ ਨੇ। ਉਸ ਤੋਂ ਇਲਾਵਾ ਮੈਂ ਇੱਕ ਚੀਜ਼ ਤੁਹਾਡੇ ਨਾਲ ਅੰਕੜਾ ਸ਼ੇਅਰ ਕਰਨਾ ਚਾਹੁੰਦਾ, ਬੜੀ ਹੈਰਾਨੀਜਨਕ ਤਾਜ਼ੀ ਜਿਹੜੀ ਖਬਰ ਹੈਗੀ ਆ ਉਹ ਇਹ ਹੈ ਕਿ ਇਸ ਟਾਈਮ ਜਿਹੜੇ ਵੀ ਹਜ਼ੂਰ ਸਾਹਿਬ ਤੋਂ ਮਰੀਜ਼ ਜਿਹੜੇ ਸਾਡੇ ਸਾਥੀ ਆਏ ਸੀਗੇ ਮੱਥਾ ਟੇਕੇ ਸ਼ਰਧਾਲੂ, ਐਂਡ ਕੋਟਾ ਤੋਂ ਜਿੰਨੇ ਵੀ ਸਾਡੇ ਸਾਥੀ ਜਿਹੜੇ ਸੀਗੇ ਉਹ ਸਟੂਡੈਂਟਸ ਆਏ ਨੇ, ਉਹਨਾਂ ਟੋਟਲ ਦੇ ਵਿੱਚੋਂ ਹੁਣ ਤੱਕ 33 ਕੇਸ ਪੋਜ਼ਿਟਿਵ ਜਿਹੜੇ ਨੇ ਉਹ ਪਾਏ ਜਾ ਚੁੱਕੇ ਨੇ। ਹੁਣ ਤੱਕ ਦੀ ਤਾਜ਼ਾ ਜਿਹੜੀ ਖਬਰ ਹੈ 33 ਕੇਸ ਜਿਹੜੇ ਨੇ। ਬਠਿੰਡਾ ਜ਼ਿਲ੍ਹਾ ਜਿਹੜਾ ਸੀਗਾ, ਜਿਹੜਾ ਹਾਲੇ ਤੱਕ ਜਿੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹੋ ਜਿਹਾ ਕੇਸ ਪੋਜ਼ਿਟਿਵ ਨਹੀਂ ਸੀਗਾ, ਉੱਥੋਂ 2 ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਵਿੱਚੋਂ 2 ਜਿਹੜੇ ਨੇ ਉਹ ਪੋਜ਼ਿਟਿਵ ਪਾਏ ਗਏ ਨੇ। ਸੋ ਜਲੰਧਰ ਦੀ ਖਬਰ ਗੱਲ ਕਰਾਂ ਤੇ ਜਲੰਧਰ ਦੇ ਵਿੱਚ ਅੱਜ ਤੋਂ 2 ਦਿਨ ਪਹਿਲਾਂ ਇੱਕ ਲੇਡੀ ਦੀ ਡੈਥ ਹੋ ਚੁੱਕੀ ਹੈ ਐਂਡ ਉਹਦਾ ਜਿਹੜੀ ਰਿਪੋਰਟ ਆ ਉਹ ਅੱਜ ਆਈ ਹੈ। ਅੱਜ ਉਹਦੀ ਰਿਪੋਰਟ ਪੋਜ਼ਿਟਿਵ ਆਈ ਹੈ। ਸੋ ਇੱਥੋਂ ਪਤਾ ਲੱਗਦਾ ਕਿ ਸਾਡਾ ਜਿਹੜਾ ਹੈਲਥ ਸਿਸਟਮ ਹੈ ਉਹ ਕਿਸ ਲੈਵਲ ਤੱਕ ਹੈਗਾ ਆ ਐਂਡ ਕਿੰਨੇ ਕੁ ਅਸੀਂ ਜਿਹੜੇ ਉਹ ਸਕਸੈਸਫੁਲ ਹੋ ਰਹੇ ਆ, ਕਿੱਥੇ ਸਾਡੇ ਫੇਲੀਅਰਸ ਨੇ ਉਹ ਬੜੇ ਸਾਫ਼ ਨਜ਼ਰ ਆ ਰਹੇ ਨੇ। ਮੇਰੇ ਖਿਆਲ ਸਰਕਾਰ ਨੂੰ ਨਜ਼ਰ ਨਹੀਂ ਆ ਰਹੇ। ਐਂਡ ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ ਤੇ ਇਸ ਟਾਈਮ ਸਾਡੇ ਜਿਹੜੇ ਅੰਕੜੇ ਨੇ ਪੰਜਾਬ ਦੇ ਵਿੱਚ ਮੋਰਟੈਲਿਟੀ ਰੇਟ ਜਿਹੜੀ ਆ, ਮੌਤ ਦਾ ਜਿਹੜਾ ਅੰਕੜਾ ਆ ਉਹ ਸਭ ਤੋਂ ਵੱਧ ਹੈ ਪੂਰੇ ਭਾਰਤ ਦੇ ਵਿੱਚ। 6 ਦੇ ਕਰੀਬ ਦਾ ਉਹ ਅੰਕੜਾ ਹੈ। ਰਿਕਵਰੀ ਰੇਸ਼ੋ ਹੈ, ਜਿਹੜੀ ਰਿਕਵਰੀ ਹੈ ਉਹ 1% ਦੇ ਕਰੀਬ ਹੈ, ਜਦ ਕਿ ਬਾਕੀ ਜਿਹੜੇ ਰਾਜ ਨੇ ਉਹਨਾਂ ਦੀ ਰਿਕਵਰੀ ਜਿਹੜੀ ਹੈ ਕਿਸੇ ਦੀ 65% ਹੈ, ਕਿਸੇ ਦੀ 75% ਹੈ। ਐਂਡ ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਇੱਥੇ ਸਭ ਤੋਂ ਵੱਡਾ ਫੇਲੀਅਰ ਸਰਕਾਰ ਨੇ ਜੇ ਪਹਿਲਾਂ ਕੋਈ ਵੀ ਕਦਮ ਚੱਕੇ ਸੀ, ਕਰਫਿਊ ਲਿਆਉਣ ਦੀ ਗੱਲ ਕੀਤੀ ਸੀ, ਤੇ ਸਾਡੇ ਕੋਲ ਪ੍ਰੋਪਰ ਸਿਸਟਮ ਨਾ ਹੋਣ ਦਾ ਕਰਕੇ, ਹੈਲਥ ਸਿਸਟਮ ਪ੍ਰੋਪਰਲੀ ਨਾ ਹੋਣ ਕਰਕੇ, ਨਾ ਸਰਕਾਰ ਦੀ ਜਿਹੜੀ ਆ ਗੁੱਡ ਗਵਰਨੈਂਸ ਕਿਤੇ ਵੀ ਨਜ਼ਰ ਨਹੀਂ ਆ ਰਹੀ। ਹਰ ਫਰੰਟ ਦੇ ਉੱਤੇ ਸਰਕਾਰ ਜਿਹੜੀ ਸਾਡੀ ਫੇਲ ਹੁੰਦੀ ਨਜ਼ਰ ਆਈ ਹੈ। ਐਂਡ ਇਹ ਸਾਨੂੰ ਬੜੇ ਖਦਸ਼ੇ ਜਿਹੜੇ ਨੇ ਉਹ ਜ਼ਾਹਰ ਹੋ ਰਹੇ ਨੇ ਕਿ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਅਸੀਂ ਕਿੱਦਾਂ ਅੱਗੇ ਜਿਹੜੇ ਉਹ ਸਰਵਾਈਵ ਕਰ ਪਾਵਾਂਗੇ। ਜਿਹੜਾ ਇਹ ਕਰਫਿਊ ਦੇ ਲਈ ਹੁਣ ਢਿੱਲ ਵੀ ਦਿੱਤੀ ਗਈ ਆ, ਕੀ ਸਾਨੂੰ ਇਹਦੇ ਤੋਂ ਇਹ ਡਰ ਲੱਗਦਾ ਆ ਕਿ ਅਸੀਂ, ਮੇਰੇ ਖਿਆਲ ਨਾਲ ਜਿੱਦਾਂ ਇੱਕਦਮ ਲੋਕ ਨਿਕਲਣਗੇ ਤਾਂ ਸੋਸ਼ਲ ਡਿਸਟੈਂਸਿੰਗ ਨੂੰ ਜਿੱਥੇ ਗੱਲ ਕੀਤੀ ਜਾ ਰਹੀ ਹੈ, ਮਾਸਕ ਐਂਡ ਸੈਨੀਟਾਈਜ਼ਰ ਦੀ ਗੱਲ ਕੀਤੀ, ਸੈਨੀਟਾਈਜ਼ ਕਰਕੇ ਨਿਕਲਣਗੇ, ਪਰ ਉਹ ਇੱਕਦਮ ਬ੍ਰੇਕ ਹੋਏਗਾ। ਐਂਡ ਸਟਿਲ ਜਿੱਥੇ ਕਿ ਨਵੇਂ ਲੋਕ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੇ ਨੇ, ਸ਼ਰਧਾਲੂ ਲੋਕ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਿਲਿਆ ਆ, ਸਭ ਕੁਝ ਹੈ। ਇਸ ਸਭ ਦੇ ਵਿੱਚੋਂ ਇੱਕ ਬੜਾ ਵੱਡਾ ਜਿਹੜਾ ਸਾਡੇ ਕੋਲ ਸਵਾਲ ਖੜਾ ਹੋ ਰਿਹਾ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦਾ ਹੈ ਕਿ ਵੱਡੇ ਬੰਬ ਦੀ ਤਰ੍ਹਾਂ ਫੁੱਟ ਕੇ ਬਾਹਰ ਨਿਕਲ ਕੇ ਆਏਗਾ, ਕਿਉਂਕਿ ਅੱਜ ਹੀ 33 ਕੇਸ ਜਿਹੜੇ ਨੇ ਉਹ ਸ਼ਰਧਾਲੂਆਂ ਚੋਂ ਨਿਕਲ ਕੇ ਆਏ ਨੇ। ਇੱਕ ਅਸੀਂ ਗੱਲ ਕਰੀਏ ਕਿ ਕਰੋਨਾ ਦਾ ਵੱਡਾ ਬੰਬ ਜਿਹੜਾ ਹੈ ਉਹ ਪੰਜਾਬ 'ਚ ਫਟ ਚੁੱਕਿਆ। ਗੱਲ ਕਰੀਏ ਤਾਂ ਬਹੁਤ ਵੱਡਾ ਫੇਲੀਅਰ ਹੈ ਸਰਕਾਰ ਦਾ, ਹਰ ਫਰੰਟ ਤੇ ਸਰਕਾਰ ਦੀ। ਮੈਂ ਤੁਹਾਨੂੰ ਕੁਝ ਜਾਣਕਾਰੀ ਜਿਹੜੀ ਆ ਉਹ ਜ਼ਰੂਰੀ ਹੈ, ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗਾ। ਕੱਲ ਉਹ ਕੀਤਾ ਸੀ ਵਿੱਚ ਸ਼੍ਰੀ ਹਜੂਰ ਸਾਹਿਬ ਬੋਰਡ ਹੈ ਜੀ, ਉਹਦੇ ਸੈਕਟਰੀ ਔਰ ਉਹਦੇ ਪ੍ਰਧਾਨ ਸੀ ਸਾਡੇ ਨਾਲ ਜੁੜੇ ਸੀਗੇ, ਜਿਨ੍ਹਾਂ ਦੇ ਵਿੱਚ ਰਵਿੰਦਰ ਸਿੰਘ ਬੰਗਈ ਔਰ ਗੁਰਮੀਤ ਸਿੰਘ ਮਹਾਜਨ ਔਰ ਸਾਡੇ ਨਾਲ ਕਰਨੈਲ ਤੀਰ ਮੁਹੰਮਦ ਪੰਜਾਬ ਤੋਂ ਉਹ ਵੀ ਜੁੜੇ ਸੀਗੇ। ਸੋ ਉਹਨਾਂ ਨੂੰ ਤੋਂ ਇਹ ਜਾਣਕਾਰੀ ਲਈ ਗਈ ਕਿ ਆਖਿਰ ਇਹ ਜੋ ਪੰਜਾਬ ਸਰਕਾਰ ਔਰ ਕੁਝ ਮੀਡੀਆ ਅਦਾਰੇ ਸਾਰਾ ਨਜ਼ਰ ਸ਼੍ਰੀ ਹਜੂਰ ਸਾਹਿਬ ਤਖਤ ਦੇ ਉੱਪਰ ਕਿਉਂ ਸੁੱਟ ਰਿਹਾ, ਕਿਉਂ ਕਹਿ ਰਿਹਾ ਕਿ ਕਰੋਨਾ ਜਿਹੜਾ ਹਜੂਰ ਸਾਹਿਬ ਤੋਂ ਸਿੱਖ ਸੰਗਤ ਲੈ ਕੇ ਆ ਰਹੀ ਹੈ ਔਰ ਇਹਨਾਂ ਨੂੰ ਤਬਲੀਗੀ ਜਮਾਤ ਦੇ ਨਾਲ ਇਹਦੀ ਤੁਲਨਾ ਕਿਵੇਂ ਕੀਤੀ ਜਾ ਰਹੀ, ਕਿਉਂ ਕੀਤੀ ਜਾ ਰਹੀ ਹੈ। ਬਿਲਕੁਲ ਜੀ, ਬਿਲਕੁਲ। ਪਿਛਲੇ
45 ਦਿਨਾਂ ਤੋਂ ਜਾਂ 50 ਦਿਨਾਂ ਤੋਂ ਜਿੰਨੀ ਵੀ ਸਿੱਖ ਸੰਗਤ ਗੁਰੂ ਘਰ ਦੇ ਵਿੱਚ ਇੱਥੇ ਬੈਠੀ ਹੋਈ ਹੈ ਤਾਂ ਕਿਸੇ ਦੇ ਨਾਲ ਵੀ ਕਰੋਨਾ ਦਾ ਕਿਤੇ ਦੂਰ ਦੂਰ ਦਾ ਨਾਤਾ ਨਹੀਂ ਸੀ। ਗ੍ਰੀਨ ਜ਼ੋਨ ਹੈ ਜਿਹੜਾ ਮਹਾਰਾਸ਼ਟਰ ਸਰਕਾਰ ਵੱਲੋਂ ਨਾਂਦੇੜ ਨੂੰ ਐਲਾਨਿਆ ਹੋਇਆ ਹੈਗਾ, ਔਰ ਉੱਥੇ ਰੋਜ਼ਾਨਾ ਉਹਨਾਂ ਦਾ ਮੈਡੀਕਲ ਜਿਹੜੇ ਸੀਗੇ ਉਹ ਰੂਟੀਨ ਦੇ ਵਿੱਚ ਟੈਸਟ ਹੁੰਦੇ ਸੀ। ਔਰ ਇਹ ਜੋ ਪਹਿਲਾ ਕਾਫਲਾ ਉੱਥੋਂ ਚੱਲਿਆ ਜੀ, ਕੁਝ ਲੋਕਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਕੁਝ ਪ੍ਰਾਈਵੇਟ ਗੱਡੀਆਂ ਕਰਕੇ ਉੱਥੋਂ ਨਿਕਲੇ ਨੇ, ਔਰ ਇੰਦੌਰ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਪੁਲਿਸ ਵੱਲੋਂ, ਕਿਉਂਕਿ 6 ਸਟੇਟਾਂ ਦੇ ਵਿੱਚੋਂ ਗੁਜ਼ਰਨਾ ਸੀ ਸਾਰਾ ਰਸਤਾ, ਔਰ ਕੋਈ ਕਾਗਜ਼ੀ ਕਾਰਵਾਈ ਕਰਕੇ ਇੰਦੌਰ ਦੀ ਪੁਲਿਸ ਨੇ ਉਹਨਾਂ ਨੂੰ ਇੱਕ ਸਕੂਲ ਦੇ ਵਿੱਚ ਰੋਕਿਆ, ਔਰ ਉਸ ਸਕੂਲ 'ਚ ਜਿੰਨੀ ਸੰਗਤ ਰੁਕੀ ਹੈ ਔਰ ਉਹ ਜਦੋਂ ਪੰਜਾਬ ਪਹੁੰਚਦੀ ਹੈ ਤੇ ਇਹ ਜਿਹੜੇ ਕਰੋਨਾ ਪੋਜ਼ਿਟਿਵ ਵਾਲਾ ਇਸ਼ੂ ਹੈ ਇਹ ਬਾਅਦ ਦੇ ਵਿੱਚ ਉੱਥੇ ਸਟਾਰਟ ਹੁੰਦਾ ਹੈ। ਔਰ ਇੱਥੇ ਪੰਜਾਬ ਸਰਕਾਰ ਫੇਲ ਹੋ ਗਈ, ਪੰਜਾਬ ਸਰਕਾਰ ਨੇ ਆਪਣਾ ਫਰਜ਼ ਅਦਾ ਨਹੀਂ ਕੀਤਾ, ਕਿਉਂਕਿ ਜਦੋਂ ਬਿਲਕੁਲ ਰਿਸ਼ਪਾਲ ਜੀ ਪ੍ਰੋਪਰ ਤਰੀਕੇ ਦੇ ਨਾਲ ਨਾ ਹੋਣ ਕਾਰਨ, ਔਰ ਜੋ ਜਿਸ ਤਰ੍ਹਾਂ ਕਹੀਏ ਕਿ ਰੂਟੀਨ ਦੇ ਵਿੱਚ ਫਸਟ ਏਡ ਜਿੱਦਾਂ ਦਈਦੀ ਕਿਸੇ ਨੂੰ, ਵੈਸੇ ਹਲਕਾ ਜਿਹਾ ਚੈੱਕਅਪ ਕਰਕੇ ਉਹਨਾਂ ਨੂੰ ਘਰਾਂ ਨੂੰ ਤੋਰ ਦਿੱਤਾ, ਔਰ ਜਦੋਂ ਕਰੋਨਾ ਦਾ ਕਹਿਰ ਟੁੱਟਿਆ ਜਾਂ ਕਰੋਨਾ ਪੋਜ਼ਿਟਿਵ ਸ਼ੁਰੂ ਹੋ ਗਏ ਪਾਏ ਗਏ ਤਾਂ ਫਿਰ ਹੜਕੰਪ ਮਚ ਗਿਆ ਸਾਰੇ ਪਾਸੇ, ਜਿਹਦੇ ਕਰਕੇ ਅੱਜ ਦੇ ਜੋ ਹਾਲਾਤ ਨੇ ਉਹ ਬਾਰ-ਬਾਰ ਤਖਤ ਸ੍ਰੀ ਹਜੂਰ ਸਾਹਿਬ ਤੇ ਉਂਗਲ ਚੁੱਕਣ ਨੂੰ ਸਾਰਿਆਂ ਨੂੰ ਮੌਕਾ ਦੇ ਰਹੇ ਨੇ, ਜਦ ਕਿ ਹਕੀਕਤ ਦੇ ਵਿੱਚ ਹੁਣ ਉੱਥੋਂ ਜੋ ਸੰਗਤ ਆਈ ਹੈ, ਜੋ 79 ਬੱਸਾਂ ਦੇ ਵਿੱਚ 3000 ਤੋਂ 3200-3300 ਦੇ ਕਰੀਬ ਜਿਹੜੀ ਹੈ ਗਿਣਤੀ ਹੈ ਉਹਨਾਂ ਦੀ, ਉਹ ਜਿਹੜੀ ਪਹੁੰਚੀ ਹੈ, ਉਹਨਾਂ ਸਾਰਿਆਂ ਦੇ ਟੈਸਟ ਇਹ ਤੁਹਾਨੂੰ ਸਾਰਿਆਂ ਨੂੰ ਜਾਂ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਸਾਬਤ ਕਰ ਦੇਣਗੇ ਕਿ ਜਦ ਇਹਨਾਂ 32-3300 ਜਿਹੜੀ ਸ਼ਰਧਾਲੂ ਨੇ ਇਹਨਾਂ 'ਚ ਕੋਈ ਕਰੋਨਾ ਪੋਜ਼ਿਟਿਵ ਦਾ ਮਰੀਜ਼ ਨਹੀਂ ਨਿਕਲਿਆ ਤਾਂ ਪਹਿਲੇ ਜਥੇ ਦੇ ਵਿੱਚ ਕਿਵੇਂ ਜਾਂਚ ਦਾ ਵਿਸ਼ਾ ਸੀ। ਪਰ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਜਿਹੜੀ ਸਵਾਸਥ ਵਿਭਾਗ ਹੈ, ਸਵਾਸਥ ਦੀ ਟੀਮ ਹੈ, ਸਿਹਤ ਸੇਵਾਵਾਂ ਦੇਣ ਵਾਲੀ ਟੀਮ ਹੈ, ਉਹਨਾਂ ਦੀ ਅਣਗਹਿਲੀ ਕਰਕੇ ਉਹ ਪਿੰਡਾਂ ਦੇ ਵਿੱਚ ਪਹੁੰਚ ਗਏ ਸੀ ਸ਼ਰਧਾਲੂ, ਜਿਹਦੇ ਨਾਲ ਹੁਣ ਪਿੰਡਾਂ ਦੇ ਵਿੱਚ ਵੀ ਖਤਰਾ ਵਧਿਆ, ਰਿਸ਼ਤੇਦਾਰਾਂ 'ਚ ਵੀ ਖਤਰਾ ਵਧਿਆ, ਇਲਾਕੇ 'ਚ ਵੀ ਖਤਰਾ ਵਧਿਆ, ਪੰਜਾਬ ਸਰਕਾਰ ਵੀ ਖਤਰੇ 'ਚ ਆ ਗਈ ਹੈ, ਜਿਹਦੇ ਕਰਕੇ ਜਿਹੜਾ 3 ਮਈ ਨੂੰ ਇਹ ਸੋਚ ਰਹੇ ਸੀ ਕਿ ਅਸੀਂ ਪੰਜਾਬ ਖੋਲਾਂਗੇ, ਹੁਣ 3 ਮਈ ਤੋਂ ਬਾਅਦ ਕਰਫਿਊ ਜਿਹੜਾ ਉਹ ਲਗਾ ਦਿੱਤਾ ਹੈ। ਸੋ ਇਹ ਕਮਲ ਜੀ ਜਿਹੜੀ ਰਿਪੋਰਟ ਸੀ ਇਹ ਤੁਹਾਨੂੰ ਅਪਡੇਟ ਦੇ ਰਹੇ ਹਾਂ ਜੀ ਕੱਲ ਦੀ। ਬਿਲਕੁਲ ਬਿਲਕੁਲ ਰਿਸ਼ਪਾਲ ਜੀ, ਮੈਂ ਤੁਹਾਡੀ ਇਸ ਨਾਲ ਬਿਲਕੁਲ ਸਹਿਮਤ ਹਾਂ, ਪਰ ਸਾਨੂੰ ਇੱਥੇ ਇਹ ਨਹੀਂ ਲੱਗਦਾ ਕਿ ਜਿਹੜਾ ਇਹਨਾਂ ਨੇ 4 ਘੰਟਿਆਂ ਦੀ ਖੁੱਲ੍ਹ ਦਿੱਤੀ ਹੈ, ਕਿਉਂਕਿ ਕੇਸਿਸ ਦਾ ਗਿਣਤੀ ਵੱਧ ਚੁੱਕੀ ਹੈ, ਜਿੱਥੇ ਕਿ ਅੱਗੇ ਕੁਝ ਜ਼ਿਲ੍ਹੇ ਗ੍ਰੀਨ ਜ਼ੋਨ ਦੇ ਵਿੱਚ ਸੀਗੇ ਉਹ ਜ਼ਿਲ੍ਹੇ ਵੀ ਜਿਹੜੇ ਨੇ ਉਹ ਹੁਣ ਰੈੱਡ ਜ਼ੋਨ ਵੱਲ ਵਧਦੇ ਨਜ਼ਰ ਆ ਰਹੇ ਨੇ, ਤੇ ਉਹ ਢਿੱਲ ਜਿਹੜੀ ਹੈ ਉਹ ਕਿਸੇ ਖਤਰੇ ਵੱਲ ਅੰਦੇਸ਼ਾ ਜਿਹੜਾ ਵਾ ਉਹ ਨਹੀਂ ਜ਼ਾਹਰ ਕਰ ਰਹੀ, ਜਿਹੜੀ ਇਹ ਢਿੱਲ ਜਿਹੜੀ 4 ਘੰਟਿਆਂ ਦੀ ਦਿੱਤੀ ਜਾ ਰਹੀ ਹੈ, ਕਿਉਂਕਿ ਇਹ ਢਿੱਲ ਉਹਨਾਂ ਜ਼ਿਲ੍ਹਿਆਂ 'ਚ ਹੀ ਦਿੱਤੀ ਗਈ ਹੈ ਜਿੱਥੇ ਕਿ ਜਿਹੜੀ ਸੀਗੀ ਗ੍ਰੀਨ ਜ਼ੋਨ ਸੀਗਾ, ਜਿੱਥੇ ਥੋੜੀ ਜਿਹੀ ਰਿਲੈਕਸੇਸ਼ਨ ਸੀਗੀ। ਸੋ ਇਹ ਵੀ ਇੱਕ ਸਾਡੇ ਗਾੜੀ ਸਵਾਲ ਹੈ ਵੀ ਜਿਹੜੀ ਢਿੱਲ ਹੈ ਇਹ ਇੱਕ ਬੜਾ ਵੱਡਾ ਸਵਾਲ ਖੜਾ ਹੋਣ ਜਾ ਰਿਹਾ ਕਿ ਠੀਕ ਹੈ ਅਸੀਂ ਮੰਨਦੇ ਹਾਂ ਕਿ ਲੋਕਾਂ ਨੂੰ ਢਿੱਲ ਦੀ ਲੋੜ ਸੀ, ਠੀਕ ਹੈ, ਬਹੁਤ ਲੋਕ ਫਸੇ ਹੋਏ ਨੇ, ਪਰ ਇੱਥੇ ਸਾਨੂੰ ਬੜੇ ਸੰਯਮ, ਬੜੇ ਦ੍ਰਿੜ ਇਰਾਦੇ ਨਾਲ ਸਾਨੂੰ ਇਸ ਬਿਮਾਰੀ ਨਾਲ ਜਾਂ ਇਸ ਮਹਾਮਾਰੀ ਨਾਲ ਨਜਿੱਠਣ ਦੇ ਲਈ ਅੱਗੇ ਵਧਣ ਦੀ ਲੋੜ ਸੀਗੀ। ਉੱਥੇ ਇਹ ਢਿੱਲ ਜਿਹੜੀ ਹੈ ਸਾਨੂੰ ਇੱਕ ਡਰ ਵੱਲ ਅੱਗੇ ਵਧਾ ਰਹੀ ਹੈ। ਕਮਲ ਜੀ ਇਹ ਜਿਹੜੀ ਚੀਜ਼ ਹੈ ਰਿਸ਼ਪਾਲ ਜੀ, ਇਹ ਹੈ ਕਿ ਢਿੱਲ ਜ਼ਰੂਰੀ ਸੀਗੀ, ਪਰ ਇਸ ਢਿੱਲ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ 7 ਤੋਂ 11 ਜਿਹੜਾ ਲੋਕਡਾਊਨ ਹੈ ਪੂਰੀ ਤਰ੍ਹਾਂ ਨਾਲ ਖੁੱਲ ਗਿਆ ਹੋਇਆ ਹੈ, ਕਿਉਂਕਿ ਜਿਹੜਾ 7 ਤੋਂ 11 ਟਾਈਮ ਹੈ ਇਹਦੇ ਵਿੱਚ ਇੰਜ ਨਹੀਂ ਹੈ ਕਿ ਕਰੋਨਾ ਸੁੱਤਾ ਹੋਏਗਾ। ਸੋ ਇਸ ਦੇ ਵਿੱਚ ਤਾਂ ਹੋਰ ਸਖਤੀ ਦੀ ਲੋੜ ਹੈ। ਸੋ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਸਖਤੀ ਕਰੇਗੀ ਇਸ ਵਿੱਚ? ਬਿਲਕੁਲ ਬਿਲਕੁਲ ਪ੍ਰਿਆ ਜੀ, ਮੈਂ ਇੱਥੇ ਕਹਾਂਗਾ ਕਿ ਸਭ ਤੋਂ ਪਹਿਲਾਂ ਤੇ ਜਿਹੜੇ ਸਾਡੇ ਦਰਸ਼ਕ ਨੇ ਔਰ ਪੰਜਾਬ ਵਾਸੀ ਨੇ, ਦੇਸ਼ ਵਾਸੀ ਮੇਰੇ ਜਿੰਨੇ ਵੀ ਨੇ, ਪਹਿਲਾਂ ਤੇ ਇਹ ਦੱਸਣ ਵੀ ਢਿੱਲ ਜ਼ਰੂਰੀ ਹੈ ਕਿ ਜਾਨ ਜ਼ਰੂਰੀ ਹੈ। ਜਾਨ ਹੈ ਤੇ ਜਹਾਨ ਹੈ। ਜਿਨ੍ਹਾਂ ਲੋਕਾਂ ਨੂੰ ਢਿੱਲ ਦੀ ਦਰਮਿਆਨ ਮੈਂ ਇਹ ਦੱਸਣਾ ਜ਼ਰੂਰੀ ਦੱਸਾਂਗਾ ਕਿ ਇੱਥੇ ਢਿੱਲ ਦੇ ਵਿੱਚ ਕਿਹੜੇ ਲੋਕ ਬਾਹਰ ਨਿਕਲਣਗੇ। ਸਭ ਤੋਂ ਪਹਿਲਾਂ ਕੁਝ ਨਸ਼ੇੜੀ ਲੋਕ ਜਿਹੜੇ ਬੜੀ ਦੇਰ ਤੋਂ ਅੰਦਰ ਕੈਦ ਹੋ ਕੇ ਬੈਠੇ ਨੇ, ਜਿਨ੍ਹਾਂ ਦਾ ਖਰਚਾ ਟੁੱਟਾ ਪਿਆ ਵਾ, ਜਿਨ੍ਹਾਂ ਨੇ ਬਹੁਤ ਦੇਰ ਤੋਂ ਜੇਬ ਨਹੀਂ ਕੱਟੀ ਲੋਕਾਂ ਦੀ, ਕਿਸੇ ਕੋਲ ਲੁੱਟ ਖੋਹ ਨਹੀਂ ਕੀਤੀ, ਖਰਚੇ ਤੋਂ ਟੁੱਟੇ ਪਏ ਨੇ, ਉਹ ਲੋਕਾਂ ਨੇ ਧੜਾ ਧੜ ਬਾਹਰ ਨਿਕਲਣਾ ਹੈ। ਔਰ ਉਸ ਦਿਨ ਜਿੱਦਣ ਢਿੱਲ ਦੀ ਗੱਲ ਕਰ ਰਹੇ ਹੋ ਤੁਸੀਂ ਦੇਖਿਓ ਉਸ ਦਿਨ ਕ੍ਰਾਈਮ ਦਰ ਕਿੰਨੀ ਵੱਧਦੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਪਰਸ ਵੀ ਖੋਏ ਜਾਣੇ ਨੇ, ਕਿਸੇ ਦੀਆਂ ਕੰਨਾਂ ਦੀਆਂ ਵਾਲੀਆਂ ਤੇ ਕਿਸੇ ਦੀ ਗਲ ਦੀ ਚੈਨੀ ਵੀ ਖੋਈ ਜਾਣੀ ਹੈ, ਕਿਸੇ ਦੇ ਕੋਲ ਕੋਈ ਲੁੱਟ ਹੋਣੀ ਹੈ, ਕਿਉਂਕਿ ਉਹ ਲੋਕ ਵੀ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਭੀੜ ਇਕੱਠੀ ਹੋਵੇ, ਕਿਉਂਕਿ ਵਾਰਦਾਤਾਂ ਵਿੱਚ ਹੀ ਦੇਣਗੇ ਨਾ ਅੰਜਾਮ ਵਾਰਦਾਤਾਂ ਨੂੰ। ਸੋ ਸਮਝਦਾਰੀ ਇਸੇ ਚ ਹੈ, ਇਹ ਕਿਸੇ ਦੇ ਕਹਿਣ ਤੇ ਕਿਸੇ ਨੇ ਨਹੀਂ ਸੁਧਰਨਾ, ਨਾ ਤਾਂ ਕੈਪਟਨ ਦੇ ਕਹਿਣ ਤੇ ਸੁਧਰਨਾ। ਅੱਜ ਇਹ ਕੀ ਤੁਸੀਂ ਸਮਝਦੇ ਕਿ ਆ ਜਿਹੜੇ ਲੋਕ ਘਰਾਂ 'ਚ ਬੈਠੇ ਆ ਇਹ ਕੈਪਟਨ ਸਾਹਿਬ ਦੀ ਅਪੀਲ ਕਰਕੇ ਬੈਠੇ ਨੇ, ਜਾਂ ਮਤਲਬ ਸੀ ਕਿ ਨਰਿੰਦਰ ਮੋਦੀ ਦੀ ਅਪੀਲ ਤੇ ਬੈਠੇ ਨੇ? ਇਹ ਸਿਰਫ ਪ੍ਰਸ਼ਾਸਨ ਦੀ ਸਖਤੀ ਨੇ ਬਿਠਾਏ ਨੇ, ਜਾਂ ਜਿਨ੍ਹਾਂ ਨੂੰ
ਆਪਣੀ ਜ਼ਿੰਦਗੀ ਦੇ ਨਾਲ ਪਿਆਰ ਹੈ, ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਨਾਲ ਪਿਆਰ ਹੈ, ਜੀ ਉਹਨਾਂ ਨੇ ਬਿਠਾਏ ਨੇ। ਮੈਂ ਤਾਂ ਪ੍ਰਿਆ ਜੀ ਇੱਥੇ ਇੱਕ ਗੱਲ ਕਹਾਂਗਾ ਸਾਰਿਆਂ ਨੂੰ ਵੀ ਤੁਹਾਡੇ ਕੋਲ 3 ਆਪਸ਼ਨਾਂ ਨੇ 3 ਮਈ ਤੋਂ ਬਾਅਦ, ਜਦੋਂ ਕਰਫਿਊ 'ਚ ਢਿੱਲ ਮਿਲੇਗੀ। 3 ਆਪਸ਼ਨਾਂ ਨੇ। ਆਪਣੇ ਪਰਿਵਾਰ 'ਚ ਬੈਠਣਾ ਚਾਹੁੰਦੇ ਹੋ, ਹਸਪਤਾਲ ਦੇ ਵਿੱਚ ਰਹਿਣਾ ਪਸੰਦ ਕਰੋਗੇ, ਕਿ ਜਾਂ ਘਰ ਦੇ ਵਿੱਚ 2x2 ਫੁੱਟ ਇੱਕ ਫਰੇਮ ਦੇ ਵਿੱਚ ਤਸਵੀਰ ਦੇ ਵਿੱਚ ਰਹਿਣਾ ਪਸੰਦ ਕਰੋਗੇ, ਜਿਹਦੇ ਤੇ ਇੱਕ ਸੁੱਕੇ ਜਿਹੇ ਫੁੱਲਾਂ ਦਾ ਹਾਰ ਪਿਆ ਹੋਵੇ। ਇਹ ਫੈਸਲਾ ਉਹ ਦਰਸ਼ਕ ਕਰਨ ਜਿਨ੍ਹਾਂ ਨੂੰ ਲੱਗਦਾ ਹੈ ਕਿ 3 ਮਈ ਆ ਜਾਵੇ ਸਹੀ, ਮੈਂ ਦੌੜ ਕੇ ਬਾਹਰ ਨਿਕਲਣਾ। ਸੋ ਜਿਨ੍ਹਾਂ ਨੂੰ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਦੇ ਨਾਲ, ਆਪਣੀ ਜ਼ਿੰਦਗੀ ਦੇ ਨਾਲ ਪਿਆਰ ਹੈ, ਉਹ ਉਦੋਂ ਬਾਹਰ ਨਿਕਲਣਗੇ ਜਦੋਂ ਸਰਕਾਰ ਔਰ ਸਿਹਤ ਵਿਭਾਗ ਇਸ਼ਾਰਾ ਕਰੇਗਾ ਕਿ ਹੁਣ ਮਾਹੌਲ ਠੀਕ ਹੈ, ਆਬੋ ਹਵਾ ਠੀਕ ਹੈ, ਕੋਰੋਨਾ ਵਾਇਰਸ ਤੇ ਪੂਰੀ ਤਰ੍ਹਾਂ ਨੱਥ ਪਾ ਲਈ ਗਈ ਹੈ, ਡਰਨ ਦੀ ਲੋੜ, ਬੇਫਿਕਰ ਹੋ ਕੇ ਬਾਜ਼ਾਰ ਜਾਓ, ਖਰੀਦੋ ਫਰੋਖਤ ਕਰੋ, ਬੱਚਿਆਂ ਨੂੰ ਸਕੂਲ ਕਾਲਜ ਛੱਡ ਕੇ ਆਓ, ਤੁਸੀਂ ਜਾਓ, ਜਾ ਕੇ ਆਪਣਾ ਖਾਣਾ ਪੀਣਾ ਜੋ ਵੀ ਤੁਹਾਡੀ ਇੱਛਾ, ਘੁੰਮਣਾ ਫਿਰਨਾ ਤੁਸੀਂ ਜਾਓ। ਉਹ ਲੋਕ ਤੇ ਉਦੋਂ ਨਿਕਲਣਗੇ, ਲੇਕਿਨ ਜਿਹੜੇ ਆਪ ਹੁਦਰੇ ਨੇ, ਜਿਨ੍ਹਾਂ ਦਾ ਕਈਆਂ ਤੇ ਹੁਣ ਕੀ ਕਰੋਗੇ ਪ੍ਰਿਆ ਜੀ, ਕਈ ਲੋਕ ਤੇ ਇਹ ਕਹਿੰਦੇ ਨੇ ਉਦਾਂ ਵੀ ਮਰਨਾ ਤੇ ਏਦਾਂ ਵੀ ਮਰਨਾ, ਭੁੱਖੇ ਮਰਨਾ ਤੇ ਚੰਗਾ, ਕੋਰੋਨਾ ਨਾਲ ਮਰਨਾ ਚੰਗਾ, ਭੁੱਖੇ ਮਰ ਜਾਈਏ। ਭੁੱਖੇ ਮਰਨ ਨਾਲੋਂ ਚੰਗਾ 10 ਜਣੇ ਨਾਲ ਹੋਰ ਲੈ ਕੇ ਮਰੀਏ। ਹਾਂ ਇਹਦੇ ਵਿੱਚ ਬੜੀ ਆਪਣੀ ਜ਼ਿੰਦਗੀ ਬਹੁਤ ਵੱਡੇ ਸਵਾਲ ਨੇ ਕਈ ਚੀਜ਼ਾਂ ਦੇ ਵਿੱਚ ਖੜੇ ਹੋ ਰਹੇ ਕਿ ਦੇਖੋ, ਜਿੱਥੇ ਕਿ ਪਹਿਲਾ ਲੋਕਡਾਊਨ ਸੀਗਾ ਉਸ ਟਾਈਮ ਕੇਸਾਂ ਦੀ ਗਿਣਤੀ ਜਿਹੜੀ ਸੀ ਉਹ 100 ਦੇ ਵਿੱਚ ਸੀਗੀ। ਸੋ ਦੂਸਰੇ ਲੋਕਡਾਊਨ ਦੇ ਵਿੱਚ ਇੱਕਦਮ ਉਹ ਬੰਬ ਫੁੱਟਿਆ ਤੇ ਉਹ ਹਜ਼ਾਰਾਂ ਦੇ ਵਿੱਚ ਅੱਜ ਅਸੀਂ 29,000 ਤੋਂ ਅੰਕੜਾ ਜਿਹੜਾ ਵਾ ਉਹ ਪਾਰ ਕਰਨ ਜਾ ਰਹੇ ਹਾਂ। ਸੋ ਇਹ ਕੇਸਿਸ ਜਿਹੜੇ ਨੇ ਇੱਕਦਮ, ਜਦ ਕਿ ਲੋਕਡਾਊਨ ਦੇ ਦੌਰਾਨ ਦੀ ਗਿਣਤੀ ਹੈ, ਐਂਡ ਇਹਦੇ ਵਿੱਚ ਬਹੁਤ ਵੱਡੇ ਐਸੇ, ਜਿੱਦਾਂ ਅਸੀਂ ਜੇ ਜਲੰਧਰ ਦੀ ਗੱਲ ਕਰਾਂ ਤੇ ਬਹੁਤ ਵੱਡਾ ਮੀਡੀਆ ਹਾਊਸ ਹੈ ਜਿਨ੍ਹਾਂ ਦੇ ਇਸ ਟਾਈਮ ਜਲੰਧਰ ਦੇ ਵਿੱਚ ਵੱਧ ਗਿਣਤੀ ਜਿਹੜੀ ਕੇਸਾਂ ਦੀ ਆ ਉਹ ਇੱਕ ਮੀਡੀਆ ਹਾਊਸ ਦੀ ਸੀ। ਉਹਦੀ ਬੜੀ ਵੱਡੀ ਅਣਗਹਿਲੀ ਸੀਗੀ, ਜਿਨ੍ਹਾਂ ਨੇ ਬਾਇਓਮੈਟ੍ਰਿਕ ਅਟੈਂਡੈਂਸ ਬੰਦ ਨਹੀਂ ਕੀਤੀ, ਐਂਡ ਇਸ ਟਾਈਮ ਜੇ ਜਲੰਧਰ ਦੇ ਵਿੱਚ ਵੱਡਾ ਬੰਬ ਫੁੱਟਿਆ ਹੋਇਆ ਤੇ ਕਿਤੇ ਨਾ ਕਿਤੇ ਉਹ ਬਹੁਤ ਵੱਡੇ ਜ਼ਿੰਮੇਵਾਰ ਨੇ। ਸੋ ਸਾਨੂੰ ਇੱਥੋਂ ਸਮਝ ਲੈਣਾ ਚਾਹੀਦਾ ਸੀ, ਸਾਡੀ ਸਰਕਾਰ ਨੂੰ, ਸਾਡੇ ਪ੍ਰਸ਼ਾਸਨ ਨੂੰ ਇੱਥੋਂ ਸਮਝਣਾ ਚਾਹੀਦਾ ਹੈ ਕਿ ਇਹ ਬੰਬ ਫੁੱਟਣ ਦਾ ਜਿਹੜੇ ਰੀਜ਼ਨ ਕੀ ਆ। ਬਾਹਰਲਾ ਤੇ ਕੋਈ ਵੀ ਨਹੀਂ ਹੋਣਾ ਇਸ ਟਾਈਮ ਜਿਹੜਾ ਵਾ ਕਿਸੇ ਦੇ ਸੰਪਰਕ ਦੇ ਵਿੱਚ। ਹੁਣ ਤੇ ਇੰਟਰਨਲ ਜਿਹੜੀ ਕਨੈਕਟਿੰਗ ਹੈਗੀ ਆ ਉਹ ਸਾਹਮਣੇ ਆ ਰਹੀ ਹੈ। ਹਾਲੇ ਕਿ ਮੰਡੀਆਂ ਵਾਲਾ ਜਿਹੜਾ ਦੌਰ ਹੈ ਰਿਸ਼ਪਾਲ ਜੀ, ਉਹ ਨਹੀਂ ਸ਼ੁਰੂ ਹੋਇਆ। ਹਾਂ ਕਮਲ ਜੀ, ਇੱਕ ਸਵਾਲ ਮੈਂ ਤੁਹਾਡੇ ਕੋਲ ਲੈ ਰਿਹਾ। ਮੇਰਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਆਮ ਜਨਤਾ ਹਸਪਤਾਲਾਂ ਦੇ ਵਿੱਚ ਕਰੋਨਾ ਦੇ ਲੈ ਕੇ ਪੀੜਤ ਹੈ, ਕਿ ਤੁਹਾਡੀ ਨਜ਼ਰ ਦੇ ਵਿੱਚ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਲੀਡਰ, ਕੋਈ ਪ੍ਰਧਾਨ, ਕੋਈ ਨੁਮਾਇੰਦਾ ਤੁਸੀਂ ਦੇਖਿਆ ਕਿ ਕਰੋਨਾ ਨੇ ਉੱਤੇ ਹਮਲਾ ਕੀਤਾ ਹੋਵੇ ਜਾਂ ਕਰੋਨਾ ਦਾ ਸ਼ਿਕਾਰ ਹੋਇਆ ਹੋਵੇ? ਬਿਲਕੁਲ ਜੀ, ਮੈਂ ਇੱਥੇ ਰਿਸ਼ਪਾਲ ਜੀ ਬਹੁਤ ਵਧੀਆ ਸਵਾਲ ਹੈ, ਐਂਡ ਅਸੀਂ ਇਸ ਗੱਲ ਦੇ ਉੱਤੇ ਮੈਂ ਗੱਲ ਕਰਾਂ ਤੇ ਅੱਜ ਤੱਕ ਸਾਡੇ, ਮੈਂ ਇੱਥੇ ਜਾਣਕਾਰੀ ਸ਼ੇਅਰ ਕਰਨਾ ਚਾਹਾਂਗਾ, ਸਾਡੇ ਜਿਹੜੇ ਸਿਹਤ ਮੰਤਰੀ ਨੇ ਸਾਡੇ ਬਲਬੀਰ ਸਿੰਘ ਸਿੱਧੂ ਜੀ, ਉਹਨਾਂ ਨੇ ਆਪਣੇ ਘਰ ਦੇ ਬਾਹਰ ਇੱਕ ਨੋਟਿਸ ਲਗਾਇਆ ਹੋਇਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਪਬਲਿਕ ਜਿਹੜੀ ਡੀਲਿੰਗ ਜਿਹੜੀ ਉਹ 3 ਮਈ ਤੱਕ ਜਿਹੜੀ ਆ ਉਹ ਬੰਦ ਕੀਤੀ ਗਈ ਆ। ਐਂਡ ਉਹਨਾਂ ਨੇ ਆਪਣੇ ਆਪ ਨੂੰ ਸੈਲਫ ਕੁਆਰੰਟਾਈਨ ਘਰ 'ਚ ਕੀਤਾ। ਉਹਨਾਂ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੀ, ਉਹ ਸਿਹਤ ਮੰਤਰੀ ਸੀ, ਇੱਕ ਰਿਸਪੌਂਸਿਬਲ ਅਹੁਦੇ ਤੇ ਸੀਗੇ, ਕੌਨਸਟੀਟਿਊਸ਼ਨਲ ਪੋਸਟ ਤੇ ਬੈਠੇ ਸੀਗੇ, ਜਿੱਥੇ ਕਿ ਉਹਨਾਂ ਨੇ ਪੂਰੇ ਰਾਜ ਨੂੰ ਦੇਖਣਾ ਸੀ, ਉਹਦੀ ਜਿਹੜੀ ਸਿਹਤ ਵਿਵਸਥਾ ਸੀਗੀ ਉਹਨੂੰ ਦੇਖਣਾ ਸੀਗਾ, ਉਹਨਾਂ ਦੇ ਹਸਪਤਾਲਾਂ ਦੇ ਚੈੱਕਅਪ ਕਰਨਾ ਸੀਗਾ ਵੀ ਉੱਥੇ ਜਾ ਕੇ ਉੱਥੇ ਸਿਸਟਮ ਜਿਹੜਾ ਸਹੀ ਆ, ਉਹਨਾਂ ਨੂੰ ਸਾਰਾ ਸਮਾਨ ਸਹੀ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ। ਸੋ ਇਹਦੇ ਵਿੱਚ ਕਿ ਜਿੱਥੇ ਉਹਨਾਂ ਨੇ, ਤੇ ਦੇਖੋ ਜਿਹੜੇ ਜ਼ਿੰਮੇਵਾਰ ਬੰਦੇ ਜਿਨ੍ਹਾਂ ਦੇ ਕੋਲੇ ਡਿਪਾਰਟਮੈਂਟ ਆ ਉਹ ਨਹੀਂ ਕਰ ਪਾਏ ਤੇ ਬਾਕੀ ਮੰਤਰੀਆਂ ਨੇ ਕੀ ਕਰਨਾ ਸੀ। ਤੇ ਨਾ ਹੀ ਉਹ ਮੰਤਰੀ, ਜੇ ਉਹਨਾਂ ਨੇ ਸਭ ਤੋਂ ਪਹਿਲਾਂ ਜਿੱਦਣ ਇਹ ਲੋਕਡਾਊਨ ਸ਼ੁਰੂ ਹੋਇਆ, ਮੈਂ ਤਾਂ ਇਹ ਪ੍ਰੋਗਰਾਮ ਪਹਿਲਾਂ ਵੀ ਅਸੀਂ ਇੱਕ ਕੀਤਾ ਸੀਗਾ, ਉਹਦੇ ਵਿੱਚ ਕਿਹਾ ਸੀਗਾ ਵੀ ਸਭ ਤੋਂ ਪਹਿਲਾਂ ਜਿੰਨੇ ਵੀ ਕਾਉਂਸਲਰ ਸੀਗੇ, ਜਿੰਨੇ ਵੀ MLA ਸਾਹਿਬਾਨ ਸੀਗੇ ਮੌਕੇ ਦੀ ਸਰਕਾਰ ਦੇ, ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਘਰਾਂ ਦੇ ਵਿੱਚ, ਖੁੱਡਾਂ ਦੇ ਵਿੱਚ ਬੰਦ ਕਰ ਲਿਆ। ਈਵਨ ਦੈਨ ਇੱਕ ਬਿਆਨ ਤੱਕ ਨਹੀਂ, ਲੋਕਾਂ ਦੇ ਇਲਾਕਿਆਂ ਦੇ ਵਿੱਚ ਸੈਨੀਟਾਈਜੇਸ਼ਨ ਤੱਕ ਨਹੀਂ ਹੋਈ। ਅਸੀਂ ਗੱਲ ਕਰੀਏ, ਸਰਕਾਰ ਬਹੁਤ ਡੀਂਗਾ ਮਾਰ ਰਹੀ ਹੈ, ਸੈਨੀਟਾਈਜੇਸ਼ਨ ਤੱਕ ਨਹੀਂ ਹੋਈ। ਮੈਂ ਤੁਹਾਡੇ ਕੋਲ ਇੱਕ ਮਿੰਟ ਨੇ ਉਹ ਇਹਨਾਂ ਦਾ ਮਨ ਦੇ ਵਿੱਚ ਤੇ ਇਹ ਗੱਲ ਕਲੀਅਰ ਸੀਗੀ ਕਿ ਕੋਈ ਨਹੀਂ, ਸਾਡਾ ਬਚਣਾ ਜ਼ਰੂਰੀ ਹੈ, ਕਿਉਂਕਿ ਜੇ ਸਾਨੂੰ ਕੁਝ ਹੋ ਗਿਆ ਤੇ ਇਹਨਾਂ ਲੋਕਾਂ ਤੇ ਰਾਜ ਕਿੰਨੇ ਕਰ। ਇਸ ਕਰਕੇ ਇਸੇ ਗੱਲ ਤੇ ਜੀ ਰਿਸ਼ਪਾਲ ਜੀ, ਇਸੇ ਗੱਲ ਤੇ ਇਹੀ ਜਿਹੜਾ ਸਵਾਲ ਸੀਗਾ ਉਹ ਵਿਰੋਧੀਆਂ ਵੱਲੋਂ ਵੀ ਚੱਕਿਆ ਗਿਆ ਤੇ ਕਿਹਾ ਗਿਆ ਕਿ ਜੇ ਆਪਾਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਬੜਾ ਜ਼ਿਆਦਾ ਇਹ ਸਵਾਲ ਚੱਕਿਆ ਗਿਆ ਕਿ ਬਈ ਜਿਹੜੇ ਚੰਡੀਗੜ੍ਹ ਨੂੰ ਸਾਂਭ ਰਹੇ ਨੇ ਉਹ ਕਿੱਥੇ ਨੇ। ਤੇ ਕਿਰਨ ਖੇਰ ਜੀ ਅੱਜ ਸੋਸ਼ਲ ਮੀਡੀਆ ਤੇ ਐਕਟਿਵ ਹੋਏ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਮਰ ਜਾਵਾਂ ਤੇ ਬਸ ਬਈ ਜਿਹੜਾ ਸੱਤਾ ਹੈ ਉਹ ਕਿਸੇ ਹੋਰ ਦੇ ਹੱਥ ਤੇ ਆ ਜਾਵੇ। ਸੋ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਕਿਤੇ ਬਹੁਤ ਜ਼ਿਆਦਾ ਸਵਾਲ ਚੱਲ ਰਿਹਾ ਹੈ ਕਿ ਕਿਤੇ ਸਾਨੂੰ ਮਾਰਨਾ ਚਾਹ ਰਿਹਾ, ਇਸੇ ਕਰਕੇ ਸਾਨੂੰ ਕਹਿ ਰਿਹਾ। ਸੋ ਮੇਰਾ ਜਿਹੜਾ ਲਾਸਟ ਸਵਾਲ ਹੈ ਤੁਹਾਡੇ ਕੋਲੋਂ ਇਹ ਹੈ
कि ਜਿਹੜੀ 20 ਮੈਂਬਰੀ ਕਮੇਟੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਬਣਾਈ ਹੈ, ਉਹਨਾਂ ਨੇ ਅੱਜ ਉਸੇ ਕਮੇਟੀ ਨੇ ਅੱਜ ਇਹ ਫੈਸਲਾ ਕੀਤਾ ਕਿ ਨਹੀਂ, ਜਿਹੜਾ ਲੋਕਡਾਊਨ ਹੈ ਉਹ 3 ਤਰੀਕ ਤੋਂ ਵੀ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਕੁਝ ਪੁਆਇੰਟ ਉਹਨਾਂ ਨੇ ਦੱਸੀਏ ਜਿਹੜੀ 20 ਮੈਂਬਰੀ ਕਮੇਟੀ ਆ, ਕਿ ਬਈ ਸਾਨੂੰ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਵੇਗਾ, ਸਾਨੂੰ ਲੋਕਾਂ ਦੀ ਰੋਜੀ ਰੋਟੀ ਦਾ ਧਿਆਨ ਰੱਖਣਾ ਪਵੇਗਾ, ਲੇਬਰ ਕਲਾਸ ਜਿਹੜੇ ਲੋਕ ਨੇ ਉਹਨਾਂ ਦਾ ਧਿਆਨ ਰੱਖਣਾ ਪਵੇਗਾ, ਤਾਂ ਕਰਕੇ ਅਸੀਂ ਲੋਕਡਾਊਨ ਨੂੰ ਵਧਾਵਾਂਗੇ। ਪਰ ਕੈਪਟਨ ਅਮਰਿੰਦਰ ਸਿੰਘ ਜਦੋਂ ਅੱਜ ਆਏ, ਜਦੋਂ ਉਹਨਾਂ ਨੇ ਐਲਾਨ ਕੀਤਾ ਕਿ ਇਹ ਕਰਫਿਊ ਵੱਧ ਗਿਆ ਹੈ, ਪਰ ਉਹਨਾਂ ਨੇ ਅਜਿਹੇ ਪੁਆਇੰਟ ਤਾਂ ਲੋਕਾਂ ਨੂੰ ਦੱਸੇ ਹੀ ਨਹੀਂ। ਬਈ ਮੇਰੀ ਕਮੇਟੀ ਨੇ ਇਹ ਵੀ ਪੁਆਇੰਟ ਮੈਨੂੰ ਦੱਸਿਆ ਕਿ ਮੈਨੂੰ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਪਵੇਗਾ। ਪ੍ਰਿਆ ਜੀ, ਬਹੁਤ ਵਧੀਆ ਹੈ ਤੁਹਾਡੇ ਸਵਾਲ ਕਿ ਹਾਂਜੀ ਜਿਹੜੇ MLA ਜਿਹੜੇ ਕੈਬਨਿਟ ਦੀ ਮੀਟਿੰਗ ਹੋਈ ਹੈ, 20 ਮੈਂਬਰੀ ਦੀ ਮੀਟਿੰਗ ਹੋਈ ਆ, ਕੱਲ MLA ਸਾਹਿਬਾਂ ਨਾਲ ਜਿਹੜੀ ਮੀਟਿੰਗ ਹੋਈ ਸੀ, ਸੋ ਉਹਦੇ ਵਿੱਚ ਵੀ ਬਹੁਤ ਸਾਰੇ MLA ਸਾਹਿਬ ਨੇ ਖੁਦ ਕਮਿਟ ਕੀਤਾ ਹੈ ਕਿ ਸਾਡੇ ਹਲਕੇ ਹਲੇ ਤੱਕ ਬਹੁਤ ਸਾਰੇ ਲੋਕਾਂ ਨੂੰ ਨੈਸੈਸਿਟੀਜ਼ ਜਿਹੜੀਆਂ ਜ਼ਰੂਰਤਾਂ ਸੀਗੀਆਂ, ਜਿਹੜੀਆਂ ਸਮਾਨ ਸੀਗਾ ਖਾਣ ਪੀਣ ਵਾਲਾ, ਉਹ ਵੀ ਨਹੀਂ ਪਹੁੰਚ ਪਾਇਆ। ਐਂਡ ਬਹੁਤ ਸਾਰੇ ਸਵਾਲ ਨੇ ਉਹਦੇ ਵਿੱਚ, ਕਈ ਡਿਸਕਸ਼ਨ ਇਹ ਵੀ ਹੋਈਆਂ ਕਿ ਜਿੱਦਾਂ +2 ਦੇ ਤੇ 10ਵੀਂ ਦੇ ਪੇਪਰ ਹੋਣੇ ਬਾਕੀ ਨੇ, CBSE ਬੋਰਡ ਦੇ ਵੀ ਐਂਡ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੀ, ਸੋ ਉਹ ਵੀ ਡਿਸਕਸ਼ਨ ਹੋਈਆਂ। ਪਰ ਉਹਦੇ ਵਿੱਚ ਬਹੁਤ ਜਿਹੜੀਆਂ ਚੀਜ਼ਾਂ ਨੇ, ਉਹ ਇਹੀ ਤਾਂ ਗੱਲ ਹੈ ਨਾ, ਸਾਡੀ ਕੈਪਟਨ ਸਾਹਿਬ, ਮੈਂ ਪਹਿਲਾਂ ਹੀ ਕਿਹਾ ਆ ਕਿ ਸਾਡੀ ਕੈਪਟਨ ਸਾਹਿਬ ਦੀ ਜਿਹੜੀ ਸਰਕਾਰ ਹੈ ਉਹ ਲਿਖਤੀ ਰੂਪ 'ਚ ਕੁਝ ਵੀ ਨਹੀਂ ਲੈ ਕੇ ਆਉਂਦੀ, ਐਂਡ ਉਸ ਤੋਂ ਬਾਅਦ ਵਿੱਚ ਹੌਲੀ ਕਲੀਅਰ ਕਰਦੇ ਨੇ ਜਦੋਂ ਲੋਕ ਦੇ ਅੰਦਰ ਸੁਗਾਹਟ ਚੱਲਦੀ ਹੈ। ਸੋ ਇੱਥੋਂ ਸਾਡੀ ਜਿਹੜੀ ਸਰਕਾਰ ਹੈ ਪੂਰੀ ਤਰ੍ਹਾਂ ਵਿਫਲ ਹੁੰਦੀ ਜਿਹੜੀ ਆ ਉਹ ਨਜ਼ਰ ਆਈ ਆ। ਹਰ ਫਰੰਟ ਦੇ ਉੱਤੇ ਸਿਹਤ ਸੇਵਾਵਾਂ ਦੀ ਗੱਲ ਕਰੀਏ, ਗੁੱਡ ਗਵਰਨੈਂਸ ਦੀ ਗੱਲ ਕਰੀਏ, ਲੋਕਾਂ ਤੱਕ ਜਿਹੜੀਆਂ ਡੇਲੀ ਨੀਡ ਦੀਆਂ ਚੀਜ਼ਾਂ ਸੀਗੀਆਂ, ਐਸੈਂਸ਼ੀਅਲ ਸਰਵਿਸਿਜ਼ ਦੇ ਉੱਤੇ, ਹਰ ਫਰੰਟ ਦੇ ਉੱਤੇ ਸਾਡੀ ਜਿਹੜੀ ਸਰਕਾਰ ਹੈ ਮੌਕੇ ਦੀ, ਉਹ ਰਾਜਾ ਸਾਹਿਬ ਦੀ ਜਿਹੜੀ ਸਰਕਾਰ ਆ ਉਹ ਫੇਲ ਹੁੰਦੀ ਨਜ਼ਰ ਆਈ ਆ। ਐਂਡ ਮੈਨੂੰ ਤਾਂ ਇੱਥੋਂ ਤੱਕ ਲੱਗਦਾ ਆ ਕਿ ਸ਼ਾਇਦ ਇਹ ਕਰੋਨਾ ਜਿਹੜਾ ਵਾ ਸਰਕਾਰ ਨੂੰ ਹੋਣ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹ ਇਸ ਕਰੋਨਾ ਦੇ ਨਾਲ ਹੀ ਚਾਹੁੰਦੇ ਹੋਣਗੇ ਕਿ ਸਰਕਾਰ ਜਿਹੜੀ ਆ ਉਹ ਖਤਮ ਹੋ ਜਾਏ। ਇਹ ਸਰਕਾਰ ਨੂੰ ਸ਼ਾਇਦ ਕਰੋਨਾ ਹੋਏਗਾ ਤਾਂ ਮੇਰੇ ਖਿਆਲ ਨਾਲ 22 ਦੇ ਵਿੱਚ ਸ਼ਾਇਦ ਇਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਵਾ ਉਹ MLA ਜਾਂ ਮੰਤਰੀ ਜਿਹੜਾ ਸਾਨੂੰ ਨਜ਼ਰ ਆਉਂਦਾ ਨਹੀਂ ਆਏਗਾ, ਕਿਉਂਕਿ ਲੋਕਾਂ ਨੇ ਆਪ ਮੁਹਾਰੇ ਜਿਹੜੀ ਆ ਉਹ ਲੋਕਾਂ ਦੀ ਮਦਦ ਕੀਤੀ ਆ। NGO ਸਾਹਮਣੇ ਆਈਆਂ ਨੇ, ਸਰਕਾਰਾਂ ਦਾ ਤਾਂ ਰਾਸ਼ਨ ਹਲੇ ਤੱਕ ਵੀ ਨਹੀਂ ਪਹੁੰਚਿਆ, ਜਸਟ ਫੋਟੋਆਂ ਹੀ ਪਹੁੰਚੀਆਂ ਨੇ, ਫੋਟੋ ਸੈਸ਼ਨ ਦੀ ਰਾਜਨੀਤੀ ਹੋ ਰਹੀ ਆ। ਹਾਲੇ ਤੱਕ ਸਾਡੇ ਗਾੜੀ ਸਵਾਲ ਖੜੇ ਨੇ ਕਿ ਦੇਸ਼ ਦੇ ਵਿੱਚ ਜਿਹੜੀ ਲੋਕਾਂ ਦੇ ਜਿਹੜਾ ਸਾਡਾ ਦੇਸ਼ ਦਾ ਭਵਿੱਖ ਹੈ, ਬੱਚੇ ਨੇ, ਉਹਨਾਂ ਦੇ ਲਈ ਕੀ ਕੀਤਾ ਜਾ ਰਿਹਾ। ਸਕੂਲਾਂ ਵਾਲੇ ਜਿਹੜੇ ਨੇ ਬੱਚਿਆਂ ਨੂੰ ਤੰਗ ਕਰ ਰਹੇ ਨੇ, ਹਾਲੇ ਤੱਕ ਸਰਕਾਰ ਨੇ ਕੋਈ ਵੀ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਕਿ ਕੋਈ ਫੀਸ ਜਿਹੜੀ ਆ ਮਾਫ ਕੀਤੀ ਜਾਏਗੀ, ਕਿਉਂਕਿ ਮਾਪੇ ਘਰਾਂ ਦੇ ਵਿੱਚ ਬੈਠੇ ਨੇ, ਸਾਰੇ ਬਿਜ਼ਨਸ ਬੰਦ ਹੋ ਚੁੱਕੇ ਨੇ। ਐਂਡ ਸਰਕਾਰ ਨਾ ਤਾਂ ਸਟੇਟ ਦੀ ਤੇ ਨਾ ਸੈਂਟਰ ਦੀ ਸਰਕਾਰ ਇਸ ਦੇ ਉੱਤੇ ਕੋਈ ਚਿੰਤਤ ਹੈ। ਇਹਨਾਂ ਚੀਜ਼ਾਂ ਨੂੰ ਲੈ ਕੇ ਤਾਂ ਚੱਲ ਰਹੇ ਨੇ। ਮੈਂ ਤੁਹਾਨੂੰ ਰੋਕ ਰਿਹਾ ਕਮਲ ਜੀ, ਦੇਖੋ ਜੋ ਬਿਜਲੀ ਦੇ ਬਿੱਲ ਨੇ ਉਹ ਵੀ ਲੋਕਾਂ ਨੂੰ ਆਣੇ ਸ਼ੁਰੂ ਹੋ ਗਏ ਨੇ, ਐਵਰੇਜ ਦੇ ਹਿਸਾਬ ਨਾਲ ਬਿੱਲ ਆ ਗਏ ਨੇ, ਦੁਕਾਨਾਂ ਬੰਦ ਨੇ, ਬਿੱਲ ਵੀ ਆ ਚੁੱਕੇ ਨੇ, ਸਕੂਲਾਂ ਦੀਆਂ ਪੇ ਕਰ ਚੁੱਕੇ ਆ, ਵਾਲਿਆਂ ਨੇ ਕੱਢਣੀਆਂ ਸ਼ੁਰੂ ਕਰਤੀਆਂ ਨੇ, ਸਕੂਲਾਂ ਨੇ ਫੀਸਾਂ ਵੀ ਆਈਆਂ ਨੇ, ਔਰ ਉਸ ਤੋਂ ਇਲਾਵਾ ਜਿਹੜੇ ਰੂਟੀਨ ਦੇ ਕਿਰਾਏ ਸੀ ਦੁਕਾਨਾਂ ਦੇ, ਘਰਾਂ ਦੇ, ਮਕਾਨਾਂ ਦੇ, ਜਾਂ ਹੋਰ EMI ਸੀਗੀਆਂ ਜੋ ਕਿਸ਼ਤਾਂ ਲੋਕਾਂ ਨੇ ਲੋਨ ਸੀ, ਜੀ ਸਰਕਾਰ ਨੇ ਕਿਸੇ ਨੂੰ ਵੀ ਸਖਤ ਆਦੇਸ਼ ਨਹੀਂ ਦਿੱਤੇ। ਪੰਜਾਬ ਸਰਕਾਰ ਦਾ ਇਹ ਦੋਹਰਾ ਚਰਿੱਤਰ, ਦੋਹਰੇ ਮਾਪਦੰਡ ਪੰਜਾਬ ਦੀ ਜਨਤਾ ਨੂੰ ਨਿਚੋੜ ਕੇ ਰੱਖ ਦੇਣਗੇ, ਔਰ ਪੰਜਾਬ ਦੀ ਜਨਤਾ ਜਿਹੜੀ ਹੈ ਕਰੋਨਾ ਤੋਂ ਵੀ ਭੈੜੇ ਵਾਇਰਸ ਦੇ ਵਿੱਚ, ਯਾਨੀ ਕਿ ਕਰੋਨਾ ਵਾਇਰਸ ਤੇ ਚਲੋ ਹਫ਼ਤੇ 10 ਦਿਨ ਚ ਆਪਣਾ ਅਸਰ ਵਿਖਾਉਂਦਾ ਸੀ, ਇਹ ਕਈ ਸਾਲ ਜਿਹੜਾ ਅਸਰ ਹੈ, ਜਿਹੜੇ ਹੁਣ ਜਿਹੜਾ ਵਾਇਰਸ ਸਰਕਾਰ ਵੱਲੋਂ ਫੈਲਾਇਆ ਜਾਣਾ ਨਾ, ਇਹ ਵਾਲਾ ਵੀ ਵਾਅਦੇ ਵਫਾ ਨਾ ਹੋਣੇ ਔਰ ਲੋਕਾਂ ਦੇ ਨਾਲ ਝੂਠੀ ਬਿਆਨਬਾਜ਼ੀ ਕਰਕੇ ਗੁੰਮਰਾਹ ਕਰਨਾ, ਨੂੰ ਬਿਜਲੀ ਦੇ ਬਿੱਲ ਮਾਫ ਨਾ ਕਰਨੇ, EMI ਕਿਸ਼ਤਾਂ ਜਿਹੜੀਆਂ ਨੇ ਉਹ ਨਹੀਂ ਮਾਫ ਹੋਣੀਆਂ, ਕਿਰਾਏ ਨਹੀਂ ਮਾਫ ਹੋਣੇ, ਉਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੇ ਵਾਅਦੇ ਕੀਤੇ ਸੀ ਕੋਈ ਸਿਰੇ ਨਹੀਂ ਚੜਿਆ, ਸਕੂਲ ਦੀਆਂ ਫੀਸਾਂ ਐਸੀਆਂ ਜਾ ਰਹੀਆਂ ਨੇ। ਸੋ ਕਮਲ ਜੀ ਕਿਤੇ ਮਾਂ ਬਾਪ ਦੇ ਬਹੁਤ ਵੱਡਾ ਬੋਝ ਪੈਣ ਵਾਲਾ ਹੈ, ਬੜੇ ਵੱਡੇ ਘਰਨ ਵਾਲੇ ਨੇ ਤੁਹਾਡੀਆਂ ਰਿਸ਼ਪਾਲ ਜੀ। ਇੱਥੇ ਮੈਂ ਇੱਕ ਚੀਜ਼ ਇਹ ਵੀ ਦੱਸਣਾ ਚਾਹਾਂਗਾ ਕਿ ਇੱਥੇ ਇਸ ਟਾਈਮ ਸਰਕਾਰ ਦੀ ਜਿਹੜੀ ਉਹ ਨੀਤੀ ਅੰਗਰੇਜ਼ਾਂ ਵਾਲੀ ਸੀ ਨਾ, ਡਿਵਾਈਡ ਐਂਡ ਰੂਲਸ ਦੀ, ਉਹ ਇਹਨਾਂ ਨੇ ਇੱਥੇ ਅਪਣਾ ਲਈ ਹੈ ਕਿ ਦੇਖੋ ਲੋਕ ਬਿਜਲੀ ਮਹਿਕਮੇ ਨਾਲ ਵੀ ਲੜਨਗੇ, ਮਾਪੇ ਜਿਹੜੇ ਸਕੂਲਾਂ ਵਾਲਿਆਂ ਲੜਨਗੇ, ਸਕੂਲਾਂ ਵਾਲੇ ਇਹਨਾਂ ਨੂੰ ਦਬਾਉਣਗੇ, ਤੁਹਾਡੇ ਬੱਚੇ ਦਾ ਨਾਮ ਕੱਟਾਂਗੇ। ਹਰ ਫਰੰਟ ਦੇ ਉੱਤੇ ਜਿਹੜੀ ਆ ਸਾਡੀ ਸਰਕਾਰ ਨੇ ਉਹ ਲੜਾਈ ਖੋਲ ਦਿੱਤੀ ਆ, ਆਪ ਸਾਈਡ ਤੇ ਬੈਠੇ ਨੇ, ਠੀਕ ਆ। ਉਹਨਾਂ ਨੇ ਆਪਣਾ ਜਿਹੜਾ ਕੰਮ ਸੀਗਾ, ਰਾਜਾ ਸਾਹਿਬ ਨੇ ਅੱਜ ਤੱਕ ਆਪਣੇ ਮੇਰੇ ਖਿਆਲ ਨਾਲ ਮਹਿਲ ਚੋਂ ਬਾਹਰ ਨਿਕਲ ਕੇ ਦੇਖਿਆ ਨਹੀਂ ਹੋਏਗਾ, ਜਦ ਕਿ ਰਾਜੇ ਦਾ ਫਰਜ਼ ਬਣਦਾ ਸੀਗਾ ਪ੍ਰਜਾ ਦੀ ਦੇਖਭਾਲ ਕਰਨਾ। ਆਪਣੇ ਚੌਪਰ ਦੇ ਉੱਤੇ ਚੜ੍ਹਦੇ ਤੇ ਦੇਸ਼ ਦਾ ਇੱਕ ਹਾਲ ਜਾਣਦੇ। ਸਮਾਂ ਜਿਹੜਾ ਜੀ ਉਹ ਹੋਈ ਜਾ ਰਿਹਾ। ਮੈਂ ਕਮਲ ਜੀ ਤੁਹਾਨੂੰ ਕਹਾਂਗਾ ਸਾਨੂੰ ਡਰਨ ਦੀ ਲੋੜ ਕੋਈ ਨਹੀਂ ਹੈ,
ਆਮ ਜਨਤਾ ਨੂੰ ਡਰਨ ਦੀ ਲੋੜ ਕੋਈ ਨਹੀਂ ਹੈ, ਕਿਉਂਕਿ ਹੁਣ ਤੁਹਾਡੀ ਲੜਾਈ ਜਿਹੜੀ ਹੈ ਉਹ ਇੱਕ ਐਸੀ ਪਾਰਟੀ ਲੜਨ ਜਾ ਰਹੀ ਹੈ ਜਿਹਦੇ ਬੁਲਾਰੇ ਸਾਡੇ ਨਾਲ ਨੇ ਯੁੱਧਵੀਰ ਮਾਲਟੂ ਜੀ। ਯੁੱਧਵੀਰ ਜੀ, ਆ ਹੁਣ ਜਿਵੇਂ ਬੱਚਿਆਂ ਦੀਆਂ ਫੀਸਾਂ ਦਾ ਜ਼ਿਕਰ ਆਣਾ ਹੈ, ਬਿਜਲੀ ਦੇ ਬਿੱਲਾਂ ਦੀ ਗੱਲ ਹੋਣੀ ਹੈ, ਬਹੁਤ ਸਾਰੇ ਹੋਰ ਕੰਮ ਹੋਣੇ ਨੇ, तो ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਸਾਰੀ ਲੜਾਈ ਲੜੇਗੀ, ਇਹ ਕੋਈ ਬਿਆਨ ਇਦਾਂ ਦਾ ਜਾਰੀ ਕਰੇਗੀ ਜਿਹਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਨੇ ਉਹ ਮੀਡੀਆ ਦੇ ਜ਼ਰੀਏ ਪੰਜਾਬ ਦੀ ਜਨਤਾ ਨੂੰ ਕਹਿ ਦੇਣ ਕਿ ਤੁਹਾਨੂੰ ਕਿਸੇ ਨੂੰ ਕੋਈ ਬਿਜਲੀ ਦਾ ਬਿੱਲ ਦੇਣ ਦੀ ਲੋੜ ਨਹੀਂ, ਸਕੂਲ ਦੀ ਫੀਸ ਦੇਣ ਦੀ ਲੋੜ ਨਹੀਂ। ਅਗਰ ਕੋਈ ਸਕੂਲ ਫੀਸ ਮੰਗਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲ ਕਰੇ, ਅਸੀਂ ਭਰੀਏ ਨਾ ਭਰੀਏ ਸਾਡੀ ਜ਼ਿੰਮੇਵਾਰੀ। ਯੁੱਧਵੀਰ ਜੀ, ਕੀ ਕਰੋਗੇ ਤੁਸੀਂ? ਦੇਖੋ ਰਿਸ਼ਪਾਲ ਜੀ, ਮੈਂ ਤੁਹਾਡੀਆਂ ਗੱਲਾਂ ਸਾਰਿਆਂ ਦੇ ਵਿਚਾਰ ਸੁਣੇ ਆ, ਸਾਰਿਆਂ ਦਾ ਪੱਖ ਸੁਣਿਆ ਵਾ। ਚਲੋ ਮੈਨੂੰ ਹੁਣ ਮੌਕਾ ਮਿਲਿਆ ਗੱਲ ਕਰਨ ਦਾ, ਆਪਦਾ ਪੱਖ ਰੱਖਣ ਦਾ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਲੋਕਾਂ ਦੀ ਲੜਾਈ ਦੀ, ਜਦੋਂ ਦਾ ਕੋਵਿਡ ਦੀ ਤਰਾਸਦੀ ਪੰਜਾਬ ਦੇ ਵਿੱਚ ਸ਼ੁਰੂ ਹੋਈ ਸੀ, ਲੋਕਾਂ ਦੀ ਲੜਾਈ ਤਾਂ ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਬੜੀ ਵਧੀਆ ਤਰੀਕੇ ਦੇ ਨਾਲ ਲੜ ਰਿਹਾ। ਬਾਕੀ ਜਿਨ੍ਹਾਂ ਦਾ ਫਰਜ਼ ਸੀ ਲੀਡਰ ਆਫ ਓਪੋਜੀਸ਼ਨ ਜਿਹੜੇ ਆਮ ਆਦਮੀ ਪਾਰਟੀ ਆ, ਉਹ ਤਾਂ ਬਿਲਕੁਲ ਕਾਂਗਰਸ ਪਾਰਟੀ ਨੂੰ ਕਵਰ ਅਪ, ਹਰ ਗੱਲ ਦੇ ਉੱਤੇ ਕਵਰ ਅਪ ਕਰਨ ਦੀ ਕੋਸ਼ਿਸ਼ ਕਰਦੇ ਆ। ਚਾਹੇ ਉਹ ਸੈਂਟਰ ਤੋਂ ਆਇਆ 243 ਦੇ ਕਰੀਬ ਕਰੋੜ ਰੁਪਏ ਦੇ ਕਰੀਬ ਜਿਹੜਾ ਆਪਣਾ ਕੋਵਿਡ ਡਿਜ਼ਾਸਟਰ ਫੰਡ ਆ ਉਹਨੂੰ ਲੈ ਕੇ ਹੋ ਜੇ, ਚਾਹੇ ਇਹ ਆਪਣਾ SDRF ਦਾ ਜਿਹੜਾ ਵਾ 112 ਕਰੋੜ ਰੁਪਏ ਦੇ ਕਰੀਬ ਜਿਹੜਾ ਫੰਡ ਉਹ ਹੋ ਜੇ, ਚਾਹੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਜਿਹੜਾ 112-13 ਕਰੋੜ ਤੋਂ ਵੱਧ ਦਾ ਜਿਹੜਾ ਫੰਡ ਆ ਚਾਹੇ ਉਹਨੂੰ ਲੈ ਕੇ ਹੋ ਜੇ। ਪਰ ਉਹਦੇ ਵਿੱਚ ਉਹ ਵੇਖੋ ਯੂਟੀਲਾਈਜ਼ ਕਿੰਨਾ ਕੀਤਾ ਗਿਆ, ਕੋਈ ਬਿਲਕੁਲ ਤਕਰੀਬਨ। ਫਿਰ ਤੁਸੀਂ ਕਹਿਣਾ, ਫਿਰ ਤੁਸੀਂ ਮਾਲਟੂ ਜੀ ਫ੍ਰੈਂਡਲੀ ਮੈਚ ਖੇਡਣ ਦਿਓ। No friendly match. This is not friendly match between Shromani Akali Dal, Congress and Aam Aadmi Party. This is fight of people. ਲੋਕਾਂ ਦੀ ਲੜਾਈ। ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਪੰਜਾਬ 'ਚ ਸਭ ਤੋਂ ਪਹਿਲਾਂ ਤੁਸੀਂ ਲੀਡਰਾਂ ਦੀ ਗੱਲ ਕੀਤੀ ਸੀ ਵੀ ਕਿਹੜਾ ਲੀਡਰ ਮੈਦਾਨ ਦੇ ਵਿੱਚ ਉਤਰਿਆ, ਸਭ ਤੋਂ ਪਹਿਲਾਂ ਜਦੋਂ ਮਜੀਠਾ ਹਲਕੇ ਦੀ ਗੱਲ ਕਰ ਲਓ ਜਾਂ ਪੰਜਾਬ ਦੇ ਹੋਰ ਕਈ ਹਲਕੇ ਦੀ ਗੱਲ ਕਰ ਲਓ, ਕਿਸੇ ਵੀ ਲੋੜਵੰਦ ਨੂੰ ਜੇ ਕੋਈ ਲੋੜ ਪੈਂਦੀ ਸੀ ਤਾਂ ਉਹ ਵਾਹਦ ਸ਼ਖਸ ਬਿਕਰਮਜੀਤ ਸਿੰਘ ਮਜੀਠੀਆ ਜਿੰਨੇ ਪੈਂਦੀ ਸੱਟੇ ਜਾ ਕੇ ਮੈਦਾਨ ਵਿੱਚ ਉਤਰਿਆ। ਉਦੋਂ ਤੱਕ ਕੋਈ ਵੀ ਚਾਹੇ ਕਾਂਗਰਸ ਪਾਰਟੀ ਦਾ ਲੀਡਰ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਲੀਡਰ ਹੋਵੇ ਮੈਦਾਨ 'ਚ ਮੈਨੂੰ ਕਿਤੇ ਨਜ਼ਰ ਨਹੀਂ ਆਇਆ। ਦੂਸਰੀ ਗੱਲ, ਮੈਂ ਸਭ ਤੋਂ ਵੱਡੀ ਲੜਾਈ ਦੀ ਗੱਲ ਕਰਿਆ ਵੀ ਅਸੀਂ ਤਾਂ ਕਹਿ ਰਹੇ ਹਾਂ ਵੀ ਹਰਿਆਣੇ ਦੀ ਤਰਜ਼ ਤੇ ਕੇਰਲਾ ਦੀ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਫਰੰਟ ਰਨਰ ਜਿਹੜੇ ਆ ਕਿੰਨੇ ਵਾਰੀਅਰ ਹੈਗੇ ਆ ਫਰੰਟ ਲਾਈਨ ਤੇ, ਉਹਨਾਂ ਦਾ 10-10 ਲੱਖ ਦਾ ਬੀਮਾ ਸ਼ੋਰ ਕਰ ਦੋ। ਜਿਹੜੇ ਸਕੂਲਾਂ ਦੀਆਂ ਫੀਸਾਂ ਵਾ ਉਹਨਾਂ ਦੇ ਵਿੱਚ ਕਟੌਤੀ ਕਰ ਦੋ। ਬਿਜਲੀ ਬਿੱਲਾਂ ਦੇ ਵਿੱਚ ਜਿਹੜੇ ਐਵਰੇਜ ਦੇ ਹਿਸਾਬ ਦੇ ਨਾਲ ਬਿਜਲੀ ਬਿੱਲ ਜਿਹੜੇ ਜਾਰੀ ਕੀਤੇ ਜਾ ਰਹੇ ਆ ਉਹ ਘੱਟੋ ਘੱਟ 3-3 ਮਹੀਨਿਆਂ ਦੇ ਬਿਜਲੀ ਬਿੱਲ ਬੰਦ ਕਰ ਦਿੱਤੇ ਜਾਣ ਤਾਂ ਜੋ ਲੋਕਾਂ ਦੇ ਉੱਤੇ ਆਰਥਿਕ ਬੋਝ ਨਾ ਪਵੇ। ਇਹ ਮਨਪ੍ਰੀਤ ਬਾਦਲ ਸਾਹਿਬ ਵਿੱਤ ਮੰਤਰੀ ਪੰਜਾਬ ਦੇ। ਮਾਲਟੂ ਜੀ ਸਵਾਲ ਲੈ ਲਓ, ਸਿੰਪਲ ਜਿਹਾ, ਇੱਕ ਸਿੰਪਲ ਜਿਹਾ ਸਵਾਲ ਸੀ ਜਿਹਨੂੰ ਤੁਸੀਂ ਜਲੇਬੀ ਵਾਂਗੂ ਘੁਮਾ ਕੇ ਕਿੱਧਰ ਨੂੰ ਲੈ ਗਏ। ਨੋ ਜਲੇਬੀ ਵਾਂਗੂ ਨਹੀਂ। ਤੁਹਾਨੂੰ ਵੇਖੋ, ਮੈਂ ਫਿਰ ਰਿਸ਼ਪਾਲ ਜੀ ਫਿਰ ਕਹਿ ਰਿਹਾ ਆਪਾਂ ਇਸ ਮੁੱਦੇ ਉੱਤੇ ਪੋਲਿਟਿਕਸ ਨਹੀਂ ਕਰਨਾ ਚਾਹੁੰਦੇ, ਪਰ ਤੁਸੀਂ ਫਿਰ ਉਸ ਲੈ ਕੇ ਸਿਆਸਤ ਦੇ ਗੇੜ ਦੇ ਵਿੱਚ ਸੁੱਟਾ ਦਿੰਦੇ ਹੋ ਮੁੱਦੇ ਨੂੰ। ਹਰ ਗੱਲ ਦੇ ਉੱਤੇ ਤੁਸੀਂ ਪੋਲੀਟੀਕਲ ਤੁਸੀਂ ਮੈਨੂੰ ਕਰਦੇ ਹੋ ਗੱਲਾਂ। ਇਹ ਗੱਲਾਂ ਜਾਇਜ਼ ਨਹੀਂ ਹੈਗੀਆਂ। ਲੋਕਾਂ ਦੀ ਲੜਾਈ ਅਸੀਂ ਲੜ ਰਹੇ ਹਾਂ। ਅੱਜ ਮੈਦਾਨ ਦੇ ਵਿੱਚੋਂ ਕਿਹੜਾ ਦੱਸੋ ਨਿੱਤਰ ਕੇ ਸਾਹਮਣੇ ਆਇਆ? ਸੈਂਟਰ ਦੇ ਫੰਡਾਂ ਦੀ ਗੱਲ ਸੀ ਤਾਂ ਭਗਵੰਤ, ਜੇ ਸੈਂਟਰ ਦੇ ਫੰਡਾਂ ਦੀ ਗੱਲ ਸੀ ਭਗਵੰਤ ਮਾਨ। ਇੱਥੇ ਇੱਕ ਚੀਜ਼, ਕਿਆ ਪਾਰਟੀ ਵੱਲੋਂ ਤੁਸੀਂ ਜਿੰਨੇ ਵੀ ਆਪਣੇ ਅੱਜ ਤੱਕ ਦੇ ਨੁਮਾਇੰਦੇ ਚੁਣੇ ਗਏ ਨੇ, ਜਿੰਨੇ ਵੀ ਅੱਜ ਤੱਕ MLA ਜਾਂ MPs ਬਣਦੇ ਰਹੇ ਨੇ, ਕੀ ਉਹ ਆਪਣੇ ਹਰ ਟੈਨਿਓਰ ਦੇ ਉੱਤੇ ਜਦੋਂ ਬਣਦੇ ਇਹਨਾਂ ਨੂੰ ਪੈਨਸ਼ਨ ਲੱਗਦੀ ਆ, ਕੀ ਉਹ ਕਹਿਣਗੇ ਕਿ ਸਾਡੀ ਜਿਹੜੀ ਉਹ ਬਣਦੀ ਹੋਈ ਪੈਨਸ਼ਨ ਸੀਗੀ ਉਹਨੂੰ ਸਰਕਾਰ ਦੇ ਜਾਂ ਫੰਡ ਦੇ ਵਿੱਚ ਜਮ੍ਹਾਂ ਕਰਾ ਦਿੱਤਾ ਜਾਵੇ, ਜਾਂ ਲੋਕਾਂ ਦੀ ਸਹੂਲਤ ਲਈ ਉਹ ਫੰਡ ਜਿਹੜੇ ਆ ਉਹ ਦਿੱਤੇ ਜਾਣ ਸਕੂਲਾਂ ਦੀਆਂ ਫੀਸਾਂ ਵਾਸਤੇ ਜਾਂ ਬਿਜਲੀ ਦੇ ਬਿੱਲਾਂ ਵਾਸਤੇ? ਕਿਆ ਇਹ ਜਿੰਨੇ ਵੀ ਸਾਡੇ ਅਕਾਲੀ ਦਲ ਦੇ MPs ਬਣੇ ਨੇ ਜਾਂ MLAs ਬਣਦੇ ਰਹੇ ਨੇ 4-4 ਟਰਮ ਦੇ ਉੱਤੇ, ਕਿਉਂਕਿ ਜਿੰਨੀ ਟਰਮ 'ਚ ਉਹ ਬਣਦੇ ਨੇ ਹਰ ਵਾਰ ਉਹਨਾਂ ਨੂੰ ਪੈਨਸ਼ਨ ਜਿਹੜੀ ਉਹ ਮਿਲਦੀ ਹੈ, ਵੱਡਾ ਫੰਡ ਹੈ। ਕਿਉਂਕਿ ਆਪਾਂ ਰਾਜਨੀਤੀ ਇਹਦੇ ਵਿੱਚ ਰਾਜਨੀਤੀ ਦਾ ਸਵਾਲ ਨਾ ਕਰੀਏ ਕਿਉਂਕਿ ਸਮਾਂ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ। ਅਸੀਂ ਰਾਜਨੀਤੀ ਦੇ ਵਿੱਚ ਲਾਸਟ ਦੇ ਵਿੱਚ ਤੁਹਾਨੂੰ ਇੱਕੋ ਗੱਲ ਕਹੂੰਗਾ, ਮੈਂ ਲਾਸਟ ਦੇ ਵਿੱਚ ਇੱਕੋ ਗੱਲ ਕਹੂੰਗਾ, 6-6000 ਰੁਪਇਆ ਪੰਜਾਬ ਦੇ ਹਰ ਇੱਕ ਬਸ਼ਿੰਦੇ ਦੇ ਖਾਤੇ ਦੇ ਵਿੱਚ ਪਾ ਦਿੱਤਾ ਜਾਵੇ। ਦੂਸਰੀ ਗੱਲ, ਜਿਹੜਾ ਕਿਸਾਨ ਨਿਧੀ ਯੋਜਨਾ 2-2000 ਰੁਪਇਆ ਨਰਿੰਦਰ ਮੋਦੀ ਵੱਲੋਂ ਪਾ ਦਿੱਤਾ ਗਿਆ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਰਾਜਾ ਸਾਹਿਬ ਨੇ ਕੀ ਦਿੱਤਾ ਪੰਜਾਬ ਦੇ ਲੋਕਾਂ ਨੂੰ? ਬਾਬਾ ਜੀ ਕਾ ਠੁੱਲੂ। ਇਸ ਤੋਂ ਇਲਾਵਾ ਕੁਝ ਨਹੀਂ ਮਿਲਿਆ ਪੰਜਾਬ ਦੇ ਲੋਕਾਂ ਨੂੰ। ਅੱਜ ਲੋਕ ਬੜੇ ਸੰਕਟ ਦੀ ਘੜੀ ਦੇ ਵਿੱਚ ਆ। ਲੋਕਾਂ ਦੇ ਘਰ ਰਾਸ਼ਨ ਮੁੱਕ ਗਿਆ, ਲੋਕਾਂ ਦੀ ਜੇਬ 'ਚ ਪੈਸਾ ਮੁੱਕ ਗਿਆ, ਤੇ ਤੁਸੀਂ ਯਾਰ ਫੇਰ ਪੋਲਿਟਿਕਸ ਦੀਆਂ ਗੱਲਾਂ ਕਰੀ ਜਾਂਦੇ ਹੋ ਇੱਥੇ।
ਬਿਲਕੁਲ ਬਿਲकुल ਜੋਧਵੀਰ ਜੀ ਇੱਥੇ ਇਹੀ ਚੀਜ਼ ਆ। ਰਛਪਾਲ ਜੀ ਦੇ ਸਵਾਲ ਨੂੰ ਮੈਂ ਫਿਰ ਉਹੀ ਕਰੂੰਗਾ ਕਿ ਕਿਆ ਇੱਥੇ ਇਹ ਤੁਸੀਂ ਇੱਕ ਸਟੇਟਮੈਂਟ ਜਾਰੀ ਕਰਦੇ ਹੋ ਕਿ ਅਕਾਲੀ ਦਲ ਜਿਹੜਾ ਵਾ ਪੰਜਾਬ ਦੇ ਲੋਕਾਂ ਦੇ ਨਾਲ ਖੜਾ ਆ? ਕਮਲ ਜੀ ਇੱਥੇ ਅਸੀਂ ਸਵਾਲ ਨਹੀਂ ਲਵਾਂਗੇ, ਹੁਣ ਕਿਸੇ ਦਾ ਵੀ ਸਵਾਲ ਨਹੀਂ ਲਵਾਂਗੇ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ। ਸੋ ਅਸੀਂ ਜ਼ਰੂਰ ਚਾਹਾਂਗੇ ਕਿ ਅਸੀਂ ਇਸ ਸਮੇਂ ਲੋਕਡਾਊਨ ਤੇ ਗੱਲ ਕਰੀਏ ਅਸੀਂ, ਕਿਉਂਕਿ ਤੁਸੀਂ ਸਾਰੇ ਜਾਣੇ ਅੱਛੇ ਵਿਦਵਾਨ ਹੋ ਤੇ ਤੁਸੀਂ ਲੋਕਾਂ ਨੂੰ ਜ਼ਰੂਰ ਆਪਣੇ ਜਿਹੜੇ ਵਿਚਾਰ ਹੋ, ਤੁਹਾਡੇ ਜਿਹੜੇ ਵਿਚਾਰ ਆ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਸਕਦੇ ਆ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ ਅਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ। ਬਹੁਤ ਬਹੁਤ ਧੰਨਵਾਦ। ਧੰਨਵਾਦ, ਧੰਨਵਾਦ ਸ਼ੁਕਰੀਆ। ਧੰਨਵਾਦ।